ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਝ ਮਹੱਲਾ ਤੀਜਾ। ਸਤਿਗੁਰ ਸਾਚੀ ਸਿੱਖ ਸੁਨਾਈ, ਹਰ ਚੇਤੋ ਅੰਤ ਹੋਏ ਸਖਾਈ, ਹਰ ਅਗਮ ਅਗੋਚਰ ਅਨਾਥ ਅਜੂਨੀ, ਸਤਿਗੁਰ ਕੈ ਪਾਏ ਪਾਵਨਿਆ, ਹਉ ਵਾਰੀ ਜੀਉ ਵਾਰੀ, ਆਪ ਨਿਵਾਰਨਿਆ, ਆਪ ਗਵਾਏ, ਤਾਂ ਹਰ ਪਾਏ, ਹਰ ਸਿਉ ਸਹਿਜ ਸਮਾਵਨਿਆ, ਰਹਾਉ ਪੂਰਬ ਲਿਖਿਆ, ਸੋ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ, ਬਿਨ ਭਾਗਾ ਗੁਰ ਪਾਈਐ ਨਾਹੀ, ਸ਼ਬਦੈ ਮੇਲ ਮਿਲਾਵਨਿਆ, ਗੁਰਮੁਖ ਅਲਿਪਤ ਰਹੈ ਸੰਸਾਰੇ, ਗੁਰ ਕੈ ਤਕੀਐ ਨਾਮ ਆਧਾਰੇ, ਗੁਰਮੁਖ ਜੋਰ ਕਰੇ ਕਿਆ ਤਿਸਨੋ, ਆਪੇ ਖਪ ਦੁਖ ਪਾਵਨਿਆ, ਮਨ ਮੁਖ ਅੰਧੇ ਸੁਧ ਨ ਕਾਈ, ਆਤਮ ਘਾਤੀ ਹੈ ਜਗਤ ਕਸਾਈ, ਨਿੰਦਾ ਕਰ ਕਰ ਬਹੁ ਭਾਰ ਉਠਾਵੈ, ਬਿਨ ਮਜੂਰੀ ਪਾਰ ਪਹੁੰਚਾਵਨਿਆ, ਬਿਨ ਮਜੂਰੀ ਪਾਰ ਪਹੁੰਚਾਵਨਿਆ, ਇਹ ਜਗ ਵਾੜੀ ਮੇਰਾ ਪ੍ਰਭ ਮਾਲੀ, ਸਦਾ ਸੰਭਾਲੇ ਕੋ ਨਾਹੀ ਖਾਲੀ, ਜਿਹੀ ਵਾਸਨਾ ਪਾਏ ਤੇਹੀ ਵਰਤੈ, ਵਾਸੂ ਵਾਸ ਜਨਾਵਨਿਆ, ਮਨ ਮੁਖ ਰੋਗੀ ਹੈ ਸੰਸਾਰਾ, ਸੁਖ ਦਾਤਾ ਵਿਸਰਿਆ ਅਗਮ ਅਪਾਰਾ, ਦੁਖੀਏ ਨਿਤ ਫਿਰ ਹੈ ਬਿਲ ਲਾਦੇ, ਬਿਨ ਗੁਰ ਸ਼ਾਂਤ ਨ ਪਾਵਨਿਆ, ਜਿਨ ਕੀਤੇ ਸੋਈ ਬਿਦ ਜਾਣੈ, ਆਪ ਕਰੇ ਤਾਂ ਹੁਕਮ ਪਛਾਣੈ, ਆਪ ਕਰੇ ਤਾਂ
ਹੁਕਮ ਪਛਾਨੈ। ਜਿਹਾ ਅੰਦਰ ਪਾਏ ਤੇਹਾ ਵਰਤੈ। ਜਿਹਾ ਅੰਦਰ ਪਾਏ ਤੇਹਾ ਵਰਤੈ। ਆਪੇ ਬਾਹਰ ਪਾਵਨਿਆ। ਆਪੇ ਬਾਹਰ ਪਾਵਣਿਆ। ਤਿਸ ਬਾਝੋਂ ਸੱਚੇ ਮੈਂ ਹੋਰ ਨ ਕੋਈ। ਤਿਸ ਬਾਝੋਂ ਸੱਚੇ ਮੈਂ ਹੋਰ ਨ ਕੋਈ। ਜਿਸ ਲਾਏ ਲਏ ਸੋ ਨਿਰਮਲ ਹੋਈ। ਜਿਸ ਲਾਏ ਲਏ ਸੋ ਨਿਰਮਲ ਹੋਈ। ਨਾਨਕ ਨਾਮ ਘਟੈ ਘਟ ਅੰਤਰ। ਨਾਨਕ ਨਾਮ ਵਸੈ ਘਟ ਅੰਤਰ। ਨਾਨਕ ਨਾਮ ਵਸੈ ਘਟ ਅੰਤਰ। ਨਾਨਕ ਨਾਮ ਵਸੈ ਘਟ ਅੰਤਰ। ਜਿਸ ਦੇਵੈ ਸੋ ਪਾਵਨਿਆ। ਜਿਸ ਦੇਵੈ ਸੋ ਪਾਵਨਿਆ। ਨਾਨਕ ਨਾਮ ਵਸੈ ਘਟ ਅੰਤਰ। ਨਾਨਕ ਨਾਮ ਵਸੈ ਘਟ ਅੰਤਰ। ਜਿਸ ਦੇਵੈ ਸੋ ਪਾਵਨਿਆ। ਜਿਸ ਦੇਵੈ ਸੋ ਪਾਵਣਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 167 ਨੰਬਰ ਪੰਨੇ ਤੇ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਮਾਝ ਰਾਗ ਵਿੱਚ ਸਮਝਾ ਰਹੇ ਨੇ, ਸਾਨੂੰ ਦੱਸ ਰਹੇ ਨੇ ਸਤਿਗੁਰ ਸਾਚੀ ਸਿੱਖ ਸੁਣਾਈ। ਸਤਿਗੁਰ ਨੇ ਸੱਚੀ ਸਾਖੀ ਸਿੱਖਿਆ ਸੁਣਾਈ। ਜਿਹੜੀ ਕਿ ਸਦਾ ਹੀ ਅਟਲ ਰਹਿੰਦੀ ਹੈ। ਸਤਿਗੁਰ ਨੇ ਜੋ ਗੁਰੂ ਨੇ ਆਪਣੇ ਸਾਚੀ ਸਿੱਖ ਸੁਣਾਈ। ਹੁਣ ਇੱਥੇ ਸਿੱਖ ਦਾ ਮਤਲਬ ਕਿ ਸਿੱਖ ਵਾਸਤੇ ਨਹੀਂ ਵਰਤਿਆ, ਸਿੱਖ ਦਾ ਮਤਲਬ ਸਿੱਖਿਆ ਵਾਸਤੇ ਹੈ, ਵੀ ਆਪਾਂ ਰੋਜ਼ ਸਿੱਖਣ ਵਾਲੇ ਵਾਸਤੇ ਰਸਤੇ ਤੁਰਨਾ ਤਾਂ ਗੁਰੂ ਜੀ ਕਹਿੰਦੇ, ਤਾਂ ਆਪਾਂ ਸਿੱਖ ਕਹਿੰਦੇ ਸੀਗੇ। ਕਹਿੰਦੇ ਸਤਿਗੁਰੂ ਨੇ, ਸੱਚੇ ਗੁਰੂ ਨੇ ਸੱਚੀ, ਸਾਚੀ ਦਾ ਮਤਲਬ ਜਿਹੜੀ ਹਮੇਸ਼ਾ ਰਹਿਣ ਵਾਲੀ ਹੈ, ਜਿਹੜੀ ਉਹ ਸਿੱਖਿਆ ਸੁਣਾਈ ਹੈ, ਉਹ ਸਾਨੂੰ ਸਮਝਾਇਆ, ਉਹ ਸਿੱਖਿਆ ਦਿੱਤੀ ਹੈ, ਜਿਹੜੀ ਹਮੇਸ਼ਾ ਰਹਿਣ ਵਾਲੀ ਹੈ, ਪਰਮਾਨੈਂਟ ਹੈ। ਹਰ ਚੇਤੋਂ ਅੰਤ ਹੋਏ ਸਖਾਈ। ਜੇ ਅਸੀਂ ਉਸ ਹਰੀ ਪਰਮਾਤਮਾ ਨੂੰ ਚੇਤੇ ਵਿੱਚ ਰੱਖਾਂਗੇ, ਹਰ ਚੇਤੋਂ ਮਤਲਬ ਚੇਤੇ ਵਿੱਚ ਰੱਖਣਾ, ਚਿੱਤ ਵਿੱਚ ਰੱਖਣਾ, ਉਸ ਪਰਮਾਤਮਾ ਨੂੰ ਚਿੱਤ ਵਿੱਚ ਰੱਖਾਂਗੇ, ਉਹ ਅੰਤ ਵੇਲੇ ਹਰ ਕਾਰਜਾਂ ਵਿੱਚ ਕੀ ਹੁੰਦਾ ਹੈ, ਸਖਾਈ ਹੁੰਦਾ ਹੈ। ਹਰ ਅਗਮ ਅਗੋਚਰ, ਗੁਰੂ ਜੀ ਕਹਿੰਦੇ ਅਗਮ ਹੈ। ਅਗਮ ਦਾ ਮਤਲਬ ਪਹੁੰਚ ਤੋਂ ਬਾਹਰ ਹੈ। ਅਗੋਚਰ ਦਾ ਮਤਲਬ ਆਪਾਂ ਨੇ ਪੜ੍ਹਿਆ ਸੀ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਬਾਹਰ ਹੈ। ਅਨਾਥ ਹੈ, ਭਾਵ ਜਿਸ ਦੇ ਸਿਰ ਉੱਤੇ ਕੋਈ ਹੋਰ ਖਸਮ ਨਹੀਂ ਹੈ। ਪਰਮਾਤਮਾ ਦੇ ਸਿਰ ਉੱਤੇ ਹੋਰ ਕੋਈ ਹੋਰ ਪਰਮਾਤਮਾ ਨਹੀਂ ਹੈ, ਠੀਕ ਹੈ ਜੀ, ਮਤਲਬ ਉਹਨੂੰ ਕੋਈ ਹੋਰ ਬਣਾਉਣ ਵਾਲਾ ਨਹੀਂ ਹੈ। ਅਜੋਨੀ, ਜੋ ਜੂਨਾਂ ਵਿੱਚ ਨਹੀਂ ਆਉਂਦਾ, ਜੋ ਮਰਨ ਚੱਕਰ ਦੇ ਵਿੱਚ ਬਾਹਰ ਹੈ। ਤਾਂ ਹੀ ਜਿੰਨੇ ਆਪਾਂ ਦੇਵੀ ਦੇਵਤਿਆਂ ਨੂੰ ਗੁਰੂ ਮਹਾਰਾਜ ਨੇ ਮਨਾ ਕੀਤਾ, ਕਿਉਂ ਕੀਤਾ? ਕਿਉਂਕਿ ਉਹ ਜੂਨਾਂ ਵਿੱਚ ਆਏ ਨੇ ਨਾ। ਬਾਕੀ ਤਾਂ ਹੈ ਤਾਂ ਉਹ ਇਨਸਾਨ ਸੀਗੇ, ਰਾਜੇ ਸੀ ਕਿਸੇ ਟਾਈਮ ਦੇ, ਆਪਾਂ ਨੇ ਕੀ ਬਣਾਤੇ? ਉਹ ਦੇਵੀ ਦੇਵਤੇ ਬਣਾਤੇ, ਹੈ ਨਾ। ਤਾਂ ਸਤਿਗੁਰ ਕੈ ਭਾਏ ਪਾਵਨਿਆ। ਤਾਂ ਇਹੋ ਜਿਹਾ ਪਰਮਾਤਮਾ ਸਤਿਗੁਰ ਦੇ ਪਿਆਰ ਵਿੱਚ ਰਹਿ ਕੇ, ਸਤਿਗੁਰ ਦੇ ਅਨੁਸਾਰ ਚੱਲ ਕੇ ਹੀ ਪ੍ਰਾਪਤ ਹੋ ਸਕਦਾ ਹੈ। ਉਸ ਦੀ ਸਮਝ ਗੁਰੂ ਦੇ ਅਨੁਸਾਰ ਚੱਲ ਕੇ ਆ ਸਕਦੀ ਹੈ। ਆਪਣੇ ਅੰਦਰੋਂ ਅਸੀਂ ਬਦਲ ਕੇ ਹੀ ਉਸ ਨੂੰ ਪ੍ਰਾਪਤ ਕਰ ਸਕਦੇ ਹਾਂ। ਹਉ ਵਾਰੀ ਜੀਉ ਵਾਰੀ, ਕਹਿੰਦੇ ਮੈਂ ਵਾਰਨੇ ਜਾਂਦਾ ਹਾਂ, ਮੇਰੀ ਜ਼ਿੰਦਗੀ ਵਾਰਨੇ ਜਾਂਦੀ ਹੈ। ਆਪ ਨਿਵਾਰਨਿਆ, ਹੁਣ ਆਪ ਨਿਵਾਰਨਿਆ ਭਾਵ ਜੋ ਆਪ ਹੀ ਆਪਾ ਭਾਵ ਦੂਰ ਕਰਕੇ ਪ੍ਰਮਾਤਮਾ ਨੂੰ ਮਿਲ ਪੈਂਦੇ ਹਨ, ਜਿਹੜੇ ਆਪਾ ਭਾਵ ਦੂਰ ਕਰਦੇ ਹਨ। ਆਪ ਨਿਵਾਰਨਿਆ, ਆਪਣੇ ਭਾਵ ਨੂੰ ਦੂਰ ਕਰਨਾ, ਭਾਵ ਆਪਣੀ ਹਉਮੈ ਨੂੰ ਦੂਰ ਰੱਖਣਾ। ਇੱਕ ਦੂਜੇ ਵੱਲ ਦੇਖਦੇ ਹਾਂ ਆਪਾਂ, ਮਾੜੀ ਮਾੜੀ ਗੱਲ 'ਤੇ ਖਿੱਚਦੇ ਹਾਂ, ਇਸ ਚੀਜ਼ ਨੂੰ ਦੂਰ ਰੱਖਣਾ, ਆਪਾ ਭਾਵ ਨੂੰ ਨਿਵਾਰਨਾ, ਆਪਣੇ ਆਪ ਨੂੰ ਨਿਵਾਰਨਾ। ਇਸ ਨੂੰ ਗੁਰੂ ਮਹਾਰਾਜ ਕਹਿੰਦੇ ਨੇ ਵੀ ਜਿਹੜੇ ਆਪਣੀ ਹਉਮੈ ਨੂੰ ਇਹ ਸੋਚਦੇ ਨੇ ਸਭ ਕੁਝ ਮੇਰੇ ਲਈ ਵੀ ਹੋਵੇ, ਮੈਨੂੰ ਕੋਈ ਕੁਛ ਕਵੇ ਨਾ, ਤਾਂ ਉਹ ਚੀਜ਼ ਇੱਥੇ ਨਹੀਂ ਹੈਗੀ। ਹਰ ਇੱਕ ਗੱਲ ਦੇ ਵਿੱਚ, ਜਿਵੇਂ ਆਪਾਂ ਨੇ ਸੁਕਰਾਤ ਬਾਰੇ ਵੀ ਪੜ੍ਹਿਆ ਸੀਗਾ, ਠੀਕ ਹੈ ਨਾ, ਜਾਂ ਆਪਾਂ ਗੁਰਸਿੱਖਾਂ ਬਾਰੇ ਵੀ ਪੜ੍ਹਦੇ ਹਾਂ, ਸਭ ਕੁਛ ਆਪਣੇ ਆਪ ਨੂੰ ਨਿਵਾਰ ਕੇ, ਆਪਾ ਭਾਵ ਦੂਰ ਕਰਕੇ
ਜੋ ਜੀਵਨ ਜਿੰਦੇ ਹਨ ਗੁਰੂ ਜੀ ਕਹਿੰਦੇ ਮੈਂ ਉਸ ਤੋਂ ਕੀ ਜਾਂਦਾ ਹਾਂ, ਬਲਿਹਾਰੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਵਾਰਨੇ ਜਾਂਦਾ ਹਾਂ। ਆਪ ਗਵਾਏ, ਜਦੋਂ ਆਪ ਜਿਹੜੇ ਚੌਂਕੜੀ ਮਾਰੋ, ਬਿਲਕੁਲ ਹਿਲਜੁਲ ਨਹੀਂ ਕਰਨੀ ਆਪਾਂ, ਠੀਕ ਹੈ, ਹੱਥ ਜੋੜ ਲਓ। ਹਾਂ, ਆਪ ਗਵਾਏ, ਜਦੋਂ ਆਪਾ ਭਾਵ ਨੂੰ ਗਵਾਉਂਦੇ ਹਾਂ, ਅੰਦਰੋਂ ਹਉਮੈ ਨੂੰ ਗਵਾਉਂਦੇ ਹਾਂ, ਤਾਂ ਹਰ ਪਾਏ, ਗੁਰੂ ਜੀ ਕਹਿੰਦੇ ਤਾਂ ਹੀ ਉਸ ਪਰਮਾਤਮਾ ਦੇ ਨੇੜੇ ਲੱਗਦੇ ਹਾਂ ਜਦੋਂ ਹਉਮੈ ਖਤਮ ਹੁੰਦੀ ਹੈ। ਇਹ ਵੀ ਨਹੀਂ ਸੋਚਣਾ ਕਿ ਕੌਣ ਕੀ ਕਰ ਰਿਹਾ ਹੈ, ਕੌਣ ਕਿੱਦਾਂ ਦਾ ਵਰਤਾਵ ਕਰ ਰਿਹਾ। ਦੇਖੋ, ਠੀਕ ਹੈ ਜੀ, ਆਪਾਂ ਕੋਸ਼ਿਸ਼ ਕਰੀਏ ਆਪਣੇ ਆਪ ਨੂੰ ਸਥਿਰ ਰੱਖਣ ਦੀ, ਆਪਣੇ ਆਪ ਨੂੰ ਖਿਜਣਾ ਨਹੀਂ, ਆਪਣੇ ਆਪ ਨੂੰ ਬਿਲਕੁਲ ਸਹਿਜ ਅਵਸਥਾ ਵਿੱਚ, ਠੀਕ ਹੈ ਨਾ, ਕਿਉਂਕਿ ਇਹਦਾ ਚੱਲੀ ਜਾਣਾ, ਕਿਹਨੂੰ ਕਿਹਨੂੰ ਫੜ ਲਾਂਗੇ, ਕਿਹਨੂੰ ਕਿਹਨੂੰ ਰੋਕ ਲਾਂਗੇ, ਇਹ ਆਪਾਂ ਨਹੀਂ ਕਰ ਸਕਦੇ, ਠੀਕ ਹੈ ਜੀ। ਜਿਵੇਂ ਡਾਕਟਰ ਬ੍ਰਿਜਪਾਲ ਜੀ ਨੇ ਪਟਿਆਲੇ ਵਾਲੇ, ਉੱਥੇ ਅਸੀਂ ਚਲੇ ਗਏ ਕਿਤੇ ਵੀਰਵਾਰ ਨੂੰ, ਵੈਸੇ ਹੀ ਤਕਰੀਬਨ 80-90 ਸਾਲ 85 ਸਾਲ ਦੀ ਉਮਰ ਹੋਣੀ। ਇੱਕ ਪਿੰਡ ਦਾ ਮੁੰਡਾ ਬੈਠਾ ਉੱਥੇ ਆਇਆ, ਚਲੋ ਇੱਦਾਂ ਨਾ ਹਰ ਹਫ਼ਤੇ ਵਿਚਾਰ ਕਰਦੇ ਨੇ ਕਿਸੇ ਸ਼ਬਦ ਦੀ, ਆਏ ਕਹਿੰਦੇ ਜੀ ਮੈਨੂੰ ਬਦਲੋ ਥੋੜ੍ਹਾ ਜਿਹਾ, ਵੀ ਮੇਰੇ ਵੀ ਜੀਵਨ 'ਚ ਬਦਲਾਵ ਲੈ। ਉਹ ਕਹਿੰਦੇ ਵੀ ਗੁਰਬਾਣੀ ਪੜ੍ਹ ਕੇ ਮਿਹਨਤ ਅਸੀਂ ਆਪਣੇ ਆਪ ਕਰਨੀ ਆ, ਬਦਲਣ ਦੀ ਇੱਕ ਦੂਜੇ ਨੂੰ ਦੇਖ ਕੇ। ਕਹਿੰਦੇ ਜੇ ਬਦਲਣ ਦੀ ਗੱਲ ਕਰੋਗੇ, ਮੈਨੂੰ 60 ਸਾਲ ਹੋ ਗਏ ਮੇਰੀ ਘਰ ਨਾਲ ਵਿਆਹ ਹੋਏ ਨੂੰ, ਮੈਂ ਤੈਨੂੰ ਨਹੀਂ ਬਦਲ ਸਕਿਆ। ਜੇ ਆਪਾਂ ਬਦਲਣ ਦੀ ਗੱਲ ਕਰਦੇ ਹਾਂ ਕਿਸੇ ਨੂੰ, ਉਹ ਵੀ ਉੱਥੇ ਬੈਠੀ ਸੀ ਉਹਦੀ ਵਾਈਫ, ਕਹਿੰਦੇ ਜੇ ਮੈਂ ਬਦਲਣ ਦੀ ਗੱਲ ਕਰਾਂ ਤਾਂ 60 ਸਾਲ ਹੋ ਗਏ ਜੋ ਮੇਰੇ ਬੈੱਡ ਦੇ ਇੱਕ ਪਾਸੇ ਰੋਜ਼ ਹੁੰਦੇ ਨੇ, ਅਸੀਂ ਸਾਰਾ ਦਿਨ ਇਕੱਠੇ ਰਹਿੰਦੇ ਹਾਂ, ਪਰ 60 ਸਾਲਾਂ ਦੀ ਮੈਂ ਬਦਲਣ ਦੀ ਗੱਲ ਕਰਾਂ ਤਾਂ ਉਹਨੂੰ ਨਹੀਂ ਬਦਲ ਸਕਿਆ। ਜੇ ਆਪਾਂ ਕਿਸੇ ਨੂੰ ਬਦਲਣ ਦੀ ਗੱਲ ਕਰਦੇ ਹਾਂ, ਫਿਰ ਉਹਨਾਂ ਨੇ ਸਮਝਾਇਆ ਵੀ ਆਪਣੇ ਆਪ ਨੂੰ ਆਪ ਹੀ ਬਦਲਣਾ ਪੈਂਦਾ। ਕਿਸੇ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ, ਕਈ ਵਾਰ ਆਪਣਾ ਮਨ ਖਿਜੀ ਜਾਂਦਾ। ਆਪਾਂ ਆਪਣੇ ਆਪ ਨੂੰ ਵੀ ਦੇਖ ਰਹੇ ਹਾਂ ਨਾ, ਆਪਣੇ 'ਤੇ ਵੀ ਉਲਟ ਪ੍ਰਭਾਵ ਪਈ ਜਾਂਦੇ ਨੇ। ਤਾਂ ਉਹਨਾਂ ਨੇ ਬੜੀ ਵਧੀਆ, ਦੇਖੋ ਗੱਲ ਇਹ ਸ਼ਬਦ ਵੀ ਯਾਦ ਆਈ। ਅਸੀਂ ਉੱਥੇ ਬੈਠੇ ਤਾਂ ਵਾਈ ਵੀ ਉੱਥੇ ਬੈਠੇ ਹੱਸ ਵੀ ਵਾਰੀ, ਉਹ ਵੀ ਤਾਂ ਹੁਣ ਬੁੜੀ ਸੀ, ਹੁਣ ਜੋ 80-85 ਸਾਲ ਦਾ ਸੀ ਤਾਂ ਉਹ ਵੀ 75-76 ਸਾਲ ਦੀ ਤਾਂ ਹੋਣੇ ਨਾ, ਕਾਫੀ ਬਜ਼ੁਰਗ ਨੇ, ਠੀਕ ਹੈ ਜੀ। ਅਤੇ ਬਹੁਤ ਮਤਲਬ ਕਿ ਤਰੀਕੇ ਨਾਲ ਉਹ ਗੱਲਾਂ ਸਮਝਾਉਂਦੇ ਨੇ। ਵੈਸੇ ਡਾਕਟਰ ਬ੍ਰਿਜਪਾਲ ਦਾ ਜੇ ਅਸੀਂ ਉਹ 'ਚ ਪਾਈਏ YouTube 'ਤੇ ਆ ਜਾਂਦਾ, ਉਹਨਾਂ ਦੀ ਗੱਲਾਂ ਲੈਕਚਰ ਸੁਣ ਕੇ ਦੇਖੋ, ਮੈਂ ਕਹਿੰਦਾ ਨਾਲੇ ਹੱਸੀ ਜਾਵਾਂਗੇ ਨਾਲੇ ਸੁਣੀ ਜਾਵਾਂਗੇ। ਮਤਲਬ ਮਜ਼ਾਕੀਆ ਤਰੀਕੇ ਨਾਲ ਗੁਰਬਾਣੀ ਦੇ ਉਹ ਕਰ ਲੈਂਦੇ, ਅਤੇ ਖੜ੍ਹ ਕੇ ਲੈਕਚਰ ਕਰਦੇ ਨੇ। ਇਹ ਨਹੀਂ ਕਿ ਉਹ ਕਹਿੰਦੇ ਕਥਾ ਨਹੀਂ ਕਰਦਾ ਮੈਂ ਤਾਂ ਕਹਿੰਦਾ ਬਸ ਐਜੂਕੇਸ਼ਨ ਦੇ ਤਰੀਕੇ ਨਾਲ ਹੀ, ਕਿਉਂਕਿ ਉਹ ਕਿਸੇ ਜਗ੍ਹਾ ਦੇ ਪ੍ਰੋਫੈਸਰ ਰਹੇ ਨੇ ਪਹਿਲਾਂ, ਪਤਾ ਨਹੀਂ ਕਿਹੜੀ ਚਾਂਸਲਰ ਵੀ ਰਹੇ ਨੇ, ਮਤਲਬ ਵਧੀਆ ਅਹੁਦੇ 'ਤੇ ਰਹੇ ਨੇ ਉਹ, ਇੱਕ ਹੁਣ ਮੇਰੇ ਦਿਮਾਗ 'ਚ ਨਹੀਂ ਕੀ ਕਹਿੰਦੇ ਨੇ। ਅਤੇ ਮਤਲਬ ਉਹਨਾਂ ਨੇ ਵੀ ਇਹੀ ਕੀਤਾ, ਕਹਿੰਦੇ ਵੀ ਬੱਚਿਆਂ ਨੂੰ ਥੋੜ੍ਹਾ ਜਿਹਾ ਮੋਟੀਵੇਟ ਕਰੋ। ਸਿਰਫ ਬੱਚਿਆਂ ਨੂੰ ਹੀ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਦੇ ਨੇ, ਵੀ ਜਿਹੜੇ ਬੱਚੇ ਇੱਕ ਲੈਵਲ ਤੱਕ ਆ ਜਾਂਦੇ ਨੇ ਉਹਨਾਂ ਨੂੰ ਬਦਲਣ ਵਾਸਤੇ ਉਹ ਮਿਹਨਤ ਕਰ ਰਹੇ ਨੇ ਕਿ ਬੱਚਿਆਂ 'ਚ ਬਦਲਾਅ ਆਉਣ। ਕਹਿੰਦੇ ਬੜਿਆਂ ਨੂੰ ਨਹੀਂ ਬਦਲ ਸਕਦੇ, ਜਿਹਨੇ ਥਾਂ ਨਹੀਂ ਦਿੱਤਾ ਕਿ ਮੈਂ ਬਦਲਣਾ ਨਹੀਂ, ਕਹਿੰਦੇ ਉਹਨੂੰ ਕੀ ਬਦਲਾਂਗੇ। ਕਹਿੰਦੇ ਜਦੋਂ ਅਸੀਂ ਬੱਚਿਆਂ 'ਚ ਬੈਠਦੇ ਹਾਂ ਜਾਂ ਕਿਸੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਗੁਰੂ ਨਾਨਕ ਦੇਵ ਜੀ ਦਾ ਵੀ ਰਾਹ ਇਹੀ ਸੀਗਾ। ਜੇ ਆਪਾਂ ਗੁਰੂ ਨਾਨਕ ਦੇਵ ਜੀ ਦੇ ਰਾਹ ਦੀ ਗੱਲ ਕਰੀਏ, ਆਪਾਂ ਵੈਸੇ ਧੱਕਾ ਕਰਦੇ ਹਾਂ ਕਈ ਜਗ੍ਹਾ 'ਤੇ। ਗੁਰੂ ਨਾਨਕ ਪਾਤਸ਼ਾਹ ਜੀ ਪੂਰੇ ਸਿਸਟਮ 'ਚ ਇੱਕ ਗੱਲ ਕਹਿੰਦੇ ਸੀ ਕਿ ਆਓ ਆਪਾਂ ਬਦਲੀਏ, ਸੱਚ ਬੋਲਦੇ ਸੀ, ਸਹੀ ਸਿੱਖਿਆ ਦਿੰਦੇ ਸੀ। ਮੰਨ ਲਓ 100 ਬੰਦੇ ਨੂੰ ਸਿੱਖਿਆ ਦਿੱਤੀ, ਉਸ 'ਚੋਂ ਮੰਨ ਲਓ 10 ਬੰਦਿਆਂ ਦਾ ਮਨ ਕੀਤਾ ਵੀ ਅਸੀਂ ਗੁਰੂ ਨਾਨਕ ਜੀ ਦੇ ਰਾਹ 'ਤੇ ਚੱਲਣਾ, ਉਹ 90 ਨੂੰ ਛੱਡ ਦਿੰਦੇ ਸੀ, 10 ਨੂੰ ਫੜਦੇ ਸੀ, 10 'ਤੇ ਆਪਣਾ ਜੀਵਨ ਲਗਾਉਂਦੇ ਸੀ। ਆਪਾਂ ਕੀ ਕਰਦੇ ਹਾਂ, ਜਿਹੜੇ ਨਹੀਂ ਬਦਲਣਾ ਚਾਹੁੰਦੇ ਉਹਨਾਂ ਨੂੰ ਘੜੀਸੀ ਜਾਂਦੇ ਸਾਰੀ ਉਮਰ, ਚਾਹੇ ਆਪਣੇ ਬੱਚੇ ਨੇ, ਮਾਂ ਬਾਪ ਨੇ, ਘਰ ਵਾਲੀ ਹੈ, ਘਰ ਵਾਲਾ ਹੈ, ਕੋਈ ਵੀ ਹੈ, ਆਪਾਂ ਧੱਕਾ ਕਰਦੇ ਹਾਂ ਆਪਾਂ, ਦੇਖੋ ਹੈ ਨਾ। ਜਦ ਕਿ ਉਹਨਾਂ ਨੇ ਤਾਂ ਆਪਣੇ ਬੱਚੇ ਵੀ ਉਹਨੂੰ ਵੀ ਇਗਨੋਰ ਕਰਤਾ ਸੀ, ਉਹਨੂੰ ਨਹੀਂ ਬਦਲਣਾ, ਵੀ ਛੱਡੋ, ਜਿਹੜਾ ਬਦਲਣ ਲਈ ਆ ਰਿਹਾ ਮੈਂ ਉਹ 'ਤੇ ਟਾਈਮ ਲਾਵਾਂ। ਜਿਹੜਾ ਚਾਹੁੰਦਾ ਕਿ ਮੈਂ ਕੁਛ ਪ੍ਰਾਪਤ ਕਰਨਾ ਹੈ, ਇੱਕ ਜਿਹੜਾ ਬੱਚਾ ਕਹਿੰਦਾ ਮੈਂ ਖੁਦ ਡਾਕਟਰ ਬਣਨਾ ਹੈ, ਮੈਂ ਇੰਜੀਨੀਅਰ ਬਣਨਾ ਹੈ, ਹੁਣ ਟੀਚਰ ਦਾ ਉਹ ਕਹਿੰਦਾ ਮੈਂ ਬਣਨਾ ਹੈ, ਉਹਦੇ ਜ਼ੋਰ ਲਾਊਗਾ ਕੁਛ ਬਣ ਜੂ ਜ਼ਿੰਦਗੀ 'ਚ। ਹੁਣ ਜਿਹੜੇ ਉਹ ਕਹਿੰਦੇ ਵੀ ਅਸੀਂ ਬਣਨਾ ਹੀ ਨਹੀਂ, ਉਹਨਾਂ ਨੂੰ ਧੱਕੇ ਨਾਲ ਉਹਨਾਂ ਦੇ ਪਾਈ ਜਾਵੇ ਦਿਮਾਗ ਦੇ ਵਿੱਚ, ਉਹ ਟੀਚਰ ਕਹਿੰਦਾ ਮੇਰਾ ਵੀ ਸਮੇਂ ਖਰਾਬ ਹੋ ਰਿਹਾ, ਕਿਉਂਕਿ ਜੀਵਨ ਤਾਂ ਉਹਨਾਂ ਕਿ ਲਿਮਟਡ ਹੈ, ਸਮਾਂ ਵੀ। ਤਾਂ ਹੌਲੀ ਹੌਲੀ ਪੁੱਤੇ ਬਦਲਿਆ ਜਾਊਗਾ ਜੇ ਤੁਸੀਂ ਜਾਂ ਮੈਂ ਆਪਾਂ ਨਹੀਂ ਹਟਾਂਗੇ, ਆਪਣੇ ਆਪ ਨੂੰ ਖੁਦ ਨਹੀਂ ਅੱਗੇ ਲੈ ਕੇ ਆਵਾਂਗੇ। ਮੈਂ ਜੰਗ ਵਿੱਚ ਲੜਨ ਨੂੰ ਤਿਆਰ ਹੈ, ਜਿਹੜਾ ਯੋਧਾ ਬਣਨ ਨੂੰ ਤਿਆਰ ਨਹੀਂ ਹੋਊਗਾ ਬੰਦਾ, ਉਹਨੇ ਯੁੱਧ ਕਲਾ ਸਿਖਾਊਗਾ ਨਾ। ਜਿਹੜਾ ਸਭ ਤੋਂ ਐਂਡ 'ਤੇ ਬੈਠੇ ਮੈਂ ਤਾਂ ਸਿੱਖਣਾ ਹੀ ਨਹੀਂ, ਉਹਨੂੰ ਕਿ ਧੱਕੇ ਨਾਲ ਸਿਖਾਵਾਂਗੇ, ਜਿਹਨੇ ਜਾਣ ਕੇ ਫੜਨੀ ਨਹੀਂ ਸਹੀ ਤਰੀਕੇ ਨਾਲ ਤਲਵਾਰ।
ਹੁਣ ਆਪਣੀ ਕਿਤਾਬ 'ਤੇ ਹੈ ਜਾਂ ਆਪਣੇ ਜੀਵਨ 'ਤੇ ਹੈ। ਜੇ ਆਪਾਂ ਕਹਿੰਦੇ ਮੈਂ ਬਦਲਣਾ ਹੀ ਨਹੀਂ, ਉਹੀ ਕਹਾਣੀਆਂ ਉਹੀ ਚੀਜ਼ਾਂ ਦੁਆਰਾ ਚੱਲੀ ਜਾਣੀਆਂ ਨੇ, ਫਿਰ ਹੌਲੀ ਹੌਲੀ ਸਮਝਾਉਣ ਵਾਲਾ ਵੀ ਸ਼ਾਂਤ ਹੋ ਜਾਂਦਾ। ਠੀਕ ਹੈ ਜੀ। ਜਿਵੇਂ ਹੁਣ ਪ੍ਰਭਜੋਤ ਆ ਗਿਆ, ਇਹ ਨਹੀਂ ਕਿ ਤੁਹਾਡੀ ਪੜ੍ਹਾਈ ਨਾਲ ਜੰਗ ਖਤਮ ਹੋ ਜਾਵੇ ਅੱਜ ਵੀ ਹੁਣ ਖੇਡਣ ਦੇ ਵਿੱਚ ਲੱਗ ਜਾਈਏ। ਪੜ੍ਹਾਈ ਵਾਲਾ ਸਮਾਂ ਓਨਾ ਹੀ ਰਹਿਣਾ ਚਾਹੀਦਾ। ਠੀਕ ਹੈ ਬੇਟਾ, ਰੋਟੀ ਖਾਓ, ਪੜ੍ਹੋ, ਦੁਪਹਿਰ ਤੋਂ ਬਾਅਦ ਖੇਡੋ, ਮਤਲਬ ਆਪਣਾ ਹਰ ਇੱਕ ਚੀਜ਼ 'ਚ ਕਮੀ ਨਹੀਂ ਆਉਣੀ ਚਾਹੀਦੀ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਇੱਕ ਔਰਤ ਹੈ 20 ਸਾਲ ਤੋਂ ਰੋਟੀਆਂ ਬਣਾਉਂਦੀ ਹੈ, ਜੇ ਸਾਲ 2 ਸਾਲ ਰੋਟੀ ਨਾ ਬਣਾਵੇ, ਰੋਟੀ ਬਣਾਉਣੀ ਵੀ ਕੀ ਹੱਥ ਟੇਢਾ ਮੇਢਾ ਹੋ ਜਾਂਦਾ, ਕਿਉਂਕਿ ਉਹ ਜੇ ਪ੍ਰੈਕਟਿਸ ਛੁੱਟ ਜਾਵੇ। ਚਾਹੇ ਉਹਨੇ 20 ਸਾਲ ਰੋਟੀਆਂ ਬਣਾਈਆਂ ਹੁਣ ਲਗਾਤਾਰ, ਸਾਲ 2 ਸਾਲ ਅਸੀਂ ਕਿਸੇ ਕਾਰਜ ਨੂੰ ਨਾ ਕਰੀਏ ਤਾਂ ਹੱਥ ਉਸ ਤਰੀਕੇ ਨਾਲ ਨਹੀਂ ਵੱਜਦੇ ਜਿਵੇਂ ਚੱਲਦੇ ਨੇ। ਜੇ ਰੋਜ਼ ਪੜ੍ਹਾਈ ਨਹੀਂ ਕਰਾਂਗੇ ਤਾਂ ਪ੍ਰੈਕਟਿਸ ਖਤਮ ਹੋ ਜੂਗੀ। ਕਿਸੇ ਦਾ ਸਟੈਮਨਾ ਵਧਣਾ ਸੀਗਾ, ਕਿਤੇ ਸਟੈਮਨਾ ਘਟ ਗਿਆ। ਜਿਵੇਂ ਰੋਜ਼ ਗਰਾਊਂਡ ਜਾਂਦੇ ਆਪਾਂ, ਡੇਲੀ ਗਰਾਊਂਡ ਜਾਈਏ ਅਤੇ ਰੋਜ਼ ਜਾਈਏ, ਆਪਣਾ ਸਟੈਮਨਾ ਵਧੀ ਜਾਂਦਾ ਨਾ। ਅੱਜ 5 ਗੇੜੇ, ਫਿਰ 6 ਗੇੜੇ, ਫਿਰ 7 ਗੇੜੇ, ਫਿਰ 10 ਗੇੜੇ, ਲਗਾਤਾਰ ਆਪਣੀ ਸ਼ਕਤੀ ਵਧੀ ਜਾਂਦੀ ਹੈ, ਸਰੀਰ ਦੇ ਕੰਮ ਕਰਨ ਦੀ ਵੱਧਦੀ ਹੈ ਨਾ। ਪਰ ਜੇ ਆਪਾਂ ਕਦੀ ਜਾਈਏ ਕਦੀ ਨਾ ਜਾਈਏ, ਕਦੀ ਰੁਕ ਜਾਈਏ, ਫਿਰ ਸਟੈਮਨਾ ਕਦੀ ਨਹੀਂ ਵੱਧਦਾ। ਇਹ ਸਭ ਤੋਂ ਵੱਡੀ ਸਹੀ ਹੈ, ਇਹਦੀ ਪੜ੍ਹਾਈ ਹੈ। ਰੋਜ਼ ਸੀਟਿੰਗ ਦੀ ਕਪੈਸਿਟੀ ਵਧਾਵਾਂਗੇ, ਪੜ੍ਹਨਾ ਹੀ ਪੜ੍ਹਨਾ ਹੈ ਜਾਂ ਜੀਵਨ 'ਚ ਕੁਛ ਕਰਨਾ, ਫਿਰ ਸਾਡਾ ਜੀਵਨ ਬਦਲਾਵ 'ਚ ਆਊਗਾ। ਚਲੋ ਗੁਰੂ ਜੀ ਕਹਿੰਦੇ ਨੇ ਆਪ ਗਵਾਏ, ਪਰ ਇਹ ਚੀਜ਼ਾਂ ਜਦੋਂ ਆਪਾਂ ਭਾਵ ਗਵਾਉਂਦੇ ਹਾਂ ਬੇਟਾ, ਉਦੋਂ ਹੁੰਦੀਆਂ ਨੇ। ਮੈਨੂੰ ਵੀ ਬਦਲਣਾ ਪੈਣਾ, ਮੇਰੇ ਵੀ ਬਹੁਤ ਕਮੀਆਂ ਮੈਨੂੰ ਦਿਖ ਰਹੀਆਂ ਨੇ ਆਪਣੇ ਆਪ ਅੰਦਰ। ਠੀਕ ਹੈ ਜੀ, ਬਹੁਤ ਕੀ ਜ਼ਿਆਦਾ ਤਾਂ ਔਗੁਣੇ ਭਰੇ ਹੋਏ ਨੇ, ਪਰ ਇਹ ਕਰਨੀ ਤਾਂ ਪੈਣੀ ਹੈ ਨਾ ਸ਼ੁਰੂਆਤ। ਜੇ ਰੋਜ਼ ਪੜ੍ਹਾਂਗੇ, ਦੇਖੋ ਹੁਣ ਇਹ ਚੀਜ਼ ਹੈ, ਰੋਜ਼ ਪੜ੍ਹਾਂਗੇ ਰੋਜ਼ ਚੋਟ ਵੱਜੂਗੀ, ਮਨ ਹੌਲੀ 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 ਪ੍ਰਭਾਵ ਕਬੂਲੂਗਾ। ਹੁਣ ਜੇ ਆਪਾਂ ਰੋਜ਼ ਨਹੀਂ ਪੜ੍ਹਾਂਗੇ, ਮੰਨ ਲਓ ਮਹੀਨੇ ਬਾਅਦ ਕਥਾ ਸੁਣ ਲਈ, ਮਹੀਨੇ ਬਾਅਦ ਗੁਰਦੁਆਰੇ ਜਾਏ, ਤੁਹਾਨੂੰ ਲੱਗਦਾ ਹੈ ਚਾਹੇ ਰੋਜ਼ ਵੀ ਗੁਰਦੁਆਰੇ ਜਾਏ, ਉੱਥੇ ਕਥਾ ਨਾ ਸੁਣੀ, ਸਿਰ ਮੱਥਾ ਟੇਕ ਕੇ ਆ ਗਏ, ਮਨ ਬਦਲੂ ਕਦੀ? ਮਨ ਤਾਂ ਉਦੋਂ ਬਦਲੂ ਜੇ ਆਪ ਪੜ੍ਹ ਕੇ ਆਪਣੇ ਆਪ 'ਤੇ ਆਪ ਕਸਵੱਟੀ ਲਾਵਾਂਗੇ ਗੁਰਬਾਣੀ ਦੀ, ਮੈਂ ਕੀ ਕਰ ਰਿਹਾ, ਗੁਰਬਾਣੀ ਕੀ ਕਹਿ ਰਹੀ ਹੈ। ਹੋ ਵਾਰੀ ਜੀਓ ਵਾਰੀ ਆਪ ਨਿਵਾਰਨਿਆ, ਆਪ ਗਵਾਏ ਤਾਂ ਹਰ ਪਾਏ, ਹਰ ਸਿਉ ਸਹਿਜ ਸਮਾਵਨਿਆ। ਜਦੋਂ ਆਪਾ ਭਾਵ ਗਵਾ ਕੇ ਹਰੀ ਦੀ ਪ੍ਰਾਪਤੀ ਹੁੰਦੀ ਹੈ, ਭਾਵ ਇਸ ਰਸਤੇ ਦੇ ਗੁਰੂ ਜੀ ਕਹਿੰਦੇ ਹੌਲੀ ਹੌਲੀ ਨਿੱਤ ਚੱਲਦੇ ਹਾਂ, ਨਿੱਤ ਚੱਲਦੇ ਹਾਂ ਤਾਂ ਸਹਿਜ ਅਵਸਥਾ ਵਿੱਚ ਆ ਕੇ ਉਸ ਪਰਮਾਤਮਾ ਵਿੱਚ ਸਮਾ ਜਾਂਦੇ ਹਾਂ। ਸਹਿਜ ਦਾ ਮਤਲਬ ਕੀ ਹੁੰਦਾ? ਜੇ ਆਪਾਂ ਗੱਲ ਕਰੀਏ ਹੌਲੀ ਹੌਲੀ, ਕੋਈ ਕਾਹਲ ਨਹੀਂ, ਰੋਜ਼ ਆਰਾਮ ਨਾਲ ਇੱਕੋ ਚੀਜ਼ ਨੂੰ ਕਰਦੇ ਜਾਣਾ, ਇੱਕ ਦਿਨ ਬੰਦਾ ਸੰਪੂਰਨ ਹੋ ਜਾਂਦਾ। ਜੇ ਕਾਹਲੀ ਕਰਦੇ ਹਾਂ ਕਿ ਅੱਜ ਸਭ ਕੁਝ ਪ੍ਰਾਪਤੀ ਕਰ ਲਈਏ, ਚਾਹੇ ਆਪਾਂ ਗੁਰੂ ਜੀ ਨੇ ਸਭ ਤੋਂ ਪਹਿਲਾਂ ਤਾਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੰਨੀ ਰਿਸਪੈਕਟ ਕਰੋ, ਇੰਨੀ ਇੱਜ਼ਤ ਪ੍ਰਾਪਤ ਕਰੋ ਵੀ ਤੁਸੀਂ ਕਿਸੇ ਨੇ ਤਾਂ ਕੀ ਕਰਨੀ ਹੈ, ਆਪਾਂ ਬਰਦਾਸ਼ਤ ਕਰਨੀ ਆ, ਆਪਣੀ ਵੀ ਤੋਂ ਵੀ ਗਲਤੀ ਮਾੜੀ ਜੀ ਨਾ ਹੋਵੇ। ਇਹ ਨਾ ਲੱਗੇ ਕਿ ਅਸੀਂ ਗੁਰੂ ਮਹਾਰਾਜ ਦੀ ਅਵੱਗਿਆ ਕਰ ਰਹੇ ਹਾਂ ਜਾਂ ਸਹੀ ਬਿਹੇਵ ਨਹੀਂ ਕਰ ਰਹੇ ਗੁਰੂ ਮਹਾਰਾਜ ਮੂਹਰੇ ਬਹਿ ਕੇ। ਇਹ ਕਦੀ ਵੀ ਨਹੀਂ ਹੋਣਾ ਚਾਹੀਦਾ ਜੀਵਨ 'ਚ, ਕਿਉਂਕਿ ਇਹਨਾਂ ਵਰਗੇ ਗੁਰੂ ਕਿਸੇ ਨੂੰ ਨਹੀਂ ਮਿਲਣੇ, ਜਿੱਥੇ ਮਰਜ਼ੀ ਲੱਭ ਲਿਓ ਜਾ ਕੇ। ਨਹੀਂ, ਸਾਰਿਆਂ ਨੇ ਜਿਨ੍ਹਾਂ ਨੂੰ ਵੀ ਦੇਖਦੇ ਹਾਂ ਆਪਾਂ, ਕਿਤੇ ਨਾ ਕਿਤੇ ਆਪਣਾਪਨ ਉਹਨਾਂ ਵਿੱਚ ਫਿਰ ਵੀ ਰਿਹਾ ਵੀ ਮੇਰੇ ਨੂੰ ਕੁਛ ਹੋ ਜਾਵੇ ਜਾਂ ਮੇਰਾਪਨ ਰਿਹਾ, ਪਰ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਕਦੀ ਮੇਰਾਪਨ ਆਇਆ ਹੀ ਨਹੀਂ ਹੈਗਾ। ਸਾਰਿਆਂ ਨਾਲ ਬਰਾਬਰ ਦੀ ਸਾਂਝ ਰਹੀ ਹੈ। ਤਾਂ ਐਸੇ ਗੁਰੂ ਨਹੀਂ ਮਿਲਣੇ ਹੈਗੇ। ਰਹਾਉ ਪੂਰਬ ਲਿਖਿਆ ਸੋ ਕਰਮ ਕਮਾਇਆ। ਗੁਰੂ ਜੀ ਕਹਿੰਦੇ ਜੋ ਤੂੰ ਪਹਿਲਾਂ ਲਿਖਿਆ ਆਪਣੇ ਆਪ ਦੇ ਵਿੱਚ, ਉਹੀ ਵੱਡੇ ਹੋ ਕੇ ਕੰਮਾਂ ਕਾਰਾਂ 'ਚ ਤੂੰ ਲੱਗੇਗਾ। ਪੂਰਬ ਲਿਖਿਆ ਸੋ ਕਰਮ। ਜੇ ਹੁਣ ਬਚਪਨ ਦੇ ਵਿੱਚ ਪੜ੍ਹਾਈ ਕਰੋਗੇ, ਜਿਸ ਦੀ ਪੜ੍ਹਾਈ ਕਰੋਗੇ, ਵੱਡੇ ਹੋ ਕੇ ਉਹੀ ਕੰਮ ਕਰੋਗੇ ਨਾ। ਜੇ ਨਹੀਂ ਪੜ੍ਹਾਈ ਕਰੋਗੇ ਫਿਰ ਆਪਣੇ ਜੀਵਨ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ। ਜੋ ਸਪਸ਼ਟ ਲਿਖਿਆ ਪੂਰਬ ਲਿਖਿਆ, ਜੋ ਪਹਿਲਾਂ ਲਿਖਿਆ ਸੀ, ਸੋ ਕਰਮ ਕਮਾਇਆ, ਉਹੀ ਕੰਮਾਂ ਕਾਰਾਂ ਵਿੱਚ ਅਸੀਂ ਕੰਮ ਕਰਦੇ ਹਾਂ ਜੋ ਅਸੀਂ ਆਪਣੇ ਆਪ 'ਤੇ ਲਿਖ ਲੈਂਦੇ ਹਾਂ। ਚੰਗੇ ਕਰਦੇ ਹਾਂ, ਸਾਰੀਆਂ ਉਹ ਚੰਗੀਆਂ ਗੱਲਾਂ ਚੱਲਦੀਆਂ ਨੇ। ਜੇ ਮਨ 'ਚ ਉਹੀ ਚੁਗਲੀਆਂ ਨਿੰਦਿਆ ਚੱਲਦੀ ਆ ਤਾਂ ਦੇਖੋ ਉਹ ਮਨ ਹਟਦਾ ਹੀ ਨਹੀਂ ਉਹ ਚੀਜ਼ਾਂ ਤੋਂ। ਇੱਕ ਦੂਜੇ ਪ੍ਰਤੀ ਕਿਵੇਂ ਕੀ ਸਮਝਾਉਂਦਾ ਹੁੰਦਾ ਸੀਗਾ ਵੀ ਨਹੀਂ ਨਾਮ ਲੈਣਾ, ਪਰ ਨਾਲ ਦੀਆਂ ਫਿਰ ਨਾਮ ਸਟਾਰਟ ਹੋ ਗਿਆ ਸੀ ਨਾ, ਕਿਉਂਕਿ ਪਹਿਲਾਂ ਉਹ ਲਿਖ ਚੁੱਕੇ ਸੀ, ਅੰਦਰ ਬਹੁਤ ਜ਼ਿਆਦਾ ਗੂੜਾ ਲਿਖਿਆ ਹੋਇਆ ਹੈ। ਕੰਟਰੋਲ ਕਰਨਾ ਹੈ। ਅੱਜ ਵੀ ਮਿਟੇ ਸਕਦੇ ਹਾਂ ਅਸੀਂ ਆਪਣੇ ਕਰਮਾਂ ਨੂੰ। ਕਿਸੇ ਦਾ ਨਾਮ ਨਹੀਂ ਲੈਣਾ। ਮੈਂ ਕੀ ਕਰ ਰਿਹਾ ਉਹ ਦੱਸੋ ਵੀ ਦੇਖੋ ਜੀ ਮੇਰੇ ਤੋਂ ਗਲਤੀ ਹੋ ਗਈ। ਜਿਵੇਂ ਇੱਕ ਫਲਾਈਟ ਮੂਵੀ ਹੈ, ਆਪਾਂ ਉਹਦੀ ਡਿਸਕਸ ਕਰਦੇ ਹਾਂ।
2 ਮਿੰਟ ਲਾਵਾਂਗੇ ਫਟਾਫਟ ਆਪਾਂ। ਉਹ ਬੰਦਾ ਜਹਾਜ਼ ਚਲਾਉਂਦਾ ਜੀ, ਜਹਾਜ਼ ਦੀ ਕੋਈ ਤਕਨੀਕੀ ਗੜਬੜੀ ਕਰਕੇ ਜਹਾਜ਼ ਗਿਰਨ ਲੱਗ ਜਾਂਦਾ ਬੜੀ ਤੇਜ਼ੀ ਨਾਲ, ਪਰ ਪਾਇਲਟ ਬੜਾ ਸਮਝਦਾਰ ਹੁੰਦਾ ਹੈ, ਬਹੁਤ ਹੀ ਸਮਝਦਾਰ ਹੁੰਦਾ ਹੈ। ਉਹ ਜਹਾਜ਼ ਨੂੰ ਕਿਵੇਂ ਨਾ ਕਿਵੇਂ ਤਰੀਕੇ ਨਾਲ ਲੈਂਡ ਕਰਵਾ ਲੈਂਦਾ, ਪਰ ਫਿਰ 5-6 ਬੰਦੇ ਮਾਰੇ ਜਾਂਦੇ ਨੇ, ਆਪ ਵੀ ਬੜਾ ਜ਼ਖਮੀ ਹੋ ਜਾਂਦਾ। ਪਰ ਉਹਨੂੰ ਨਸ਼ੇ ਕਰਨ ਦੀ ਆਦਤ ਹੁੰਦੀ ਹੈ, ਮਤਲਬ ਦਾਰੂ ਦੂਰੂ ਪੀਣ ਦੀ ਜਾਂ ਕਿਹੜੀ ਚੀਜ਼ਾਂ ਗਲਤ ਰਸਤੇ 'ਤੇ ਚੱਲਣ ਦੀ। ਪਾਇਲਟ ਨੂੰ ਇਨਵੈਸਟੀਗੇਸ਼ਨ ਸਟਾਰਟ ਹੋ ਜਾਂਦੀ ਹੈ ਸਾਰੀ, ਉਹਦੇ ਬਲੱਡ ਦੇ ਸੈਂਪਲ, ਉਹ ਤਾਂ ਬੇਹੋਸ਼ ਹੁੰਦਾ, ਉਹਦੇ ਬਲੱਡ ਦੇ ਸੈਂਪਲ ਲੈ ਕੇ ਉਹ 'ਚ ਨਸ਼ਾ ਆਇਆ ਜਾਂਦਾ। ਮਤਲਬ ਕਿ ਦੇਖੋ ਤਕਨੀਕੀ ਖਰਾਬੀ ਤਾਂ ਜਹਾਜ਼ ਦੀ ਹੁੰਦੀ ਆ। ਉਹ ਵਕੀਲ ਉਹਨੂੰ ਕਹਿੰਦਾ ਹੈ, ਕਹਿੰਦਾ ਦੇਖ ਵੀ ਜਹਾਜ਼ ਦੀ ਖਰਾਬੀ ਚਾਹੇ ਸੀਗੀ ਚਾਹੇ ਨਹੀਂ ਸੀਗੀ, ਅਗਰ ਤੇਰੇ 'ਤੇ ਨਸ਼ੇ ਦੀ ਗੱਲ ਆਊਗੀ ਫੜਿਆ ਤੂੰ ਵੀ ਜਾਏਗਾ। ਅਤੇ ਉੱਥੇ ਅਮਰੀਕਾ ਦੇ ਵਿੱਚ ਆਪਣੇ ਵਰਗਾ ਸਿਸਟਮ ਤਾਂ ਹੈ ਨਹੀਂ, ਉਹਦੇ ਵਾਲਾ ਛੱਡ ਦਿਓ ਚਲੋ ਉਹ ਤਰਸ ਦੇ ਆਧਾਰ 'ਤੇ। ਉਹ ਕਹਿੰਦੇ ਜੇ ਗੱਲ ਗਲਤ ਕੀਤੀ ਤਾਂ ਕੀਤੀ ਹੈ ਵੀ 5-6 ਸਾਲ ਦੀ ਸਜ਼ਾ ਇਹ ਹੈ। ਜੇ ਜਹਾਜ਼ ਦੀ ਖਰਾਬੀ ਸਿੱਧ ਨਾ ਹੋਈ ਪਈ ਸੀ, ਤੇਰਾ ਨਸ਼ਾ ਹੀ ਸਿੱਧ ਹੋਇਆ ਇਸ ਗੱਲ ਦੇ ਉੱਪਰ, ਤਾਂ 6 ਯਾਤਰੀਆਂ ਦੀ ਮੌਤ ਦਾ ਪਰਚਾ ਵੀ ਤੇਰੇ 'ਤੇ ਹੀ ਹੋਊਗਾ। ਪਰ ਜਦ ਕਿ ਬਾਕੀ ਯਾਤਰੀਆਂ ਸਾਰਿਆਂ ਨੇ ਕਿਹਾ ਹੀ ਐਸੀ ਗੱਲ ਨਹੀਂ, ਸਾਰਿਆਂ ਨੇ ਕਿਹਾ ਵੀ ਇਸ ਨੇ ਤਾਂ ਇਹਦੀ ਬਚਤ ਕਰਕੇ ਅਸੀਂ ਸਾਰੇ ਬਚ ਗਏ। ਉਹਨੇ ਜਹਾਜ਼ ਨੂੰ ਸਿੱਧਾ ਕੀਤਾ, ਪੁੱਠਾ ਕੀਤਾ, ਪਰ ਉਹਨੇ ਮਤਲਬ ਨਸ਼ਾ ਉਹਦੇ ਉਨਾ ਹਾਵੀ ਨਹੀਂ ਸੀਗਾ, ਪਰ ਫਿਰ ਵੀ ਨਸ਼ਾ ਸੀ ਉਹਦੇ ਬਲੱਡ 'ਚ, ਇੱਕ ਮਾਤਰਾ ਤੋਂ ਜ਼ਿਆਦਾ ਜਿੰਨਾ ਉਹ ਅਲਾਉਡ ਨਹੀਂ ਕਰਦੇ। ਗੱਲ ਨਿਕਲਦੀ ਹੈ, 1-2 ਯਾਤਰੀ ਮਤਲਬ ਜਿਹੜੇ ਸਹਿਕਰਮੀ ਹੁੰਦੇ ਨੇ ਉਹਦੀ ਡੈਥ ਹੋ ਜਾਂਦੀ ਹੈ। ਇੱਕ ਸੰਗਾ ਜਿਹੜੀ ਏਅਰ ਹੋਸਟੈਸ ਹੁੰਦੀ ਹੈ, ਉਹ ਇੱਕ ਬੱਚੇ ਨੂੰ ਉਹ ਜਹਾਜ਼ ਪੁੱਠਾ ਉਡਾਉਂਦਾ ਹੁੰਦਾ ਕਈ ਜਗ੍ਹਾ 'ਤੇ ਨਾ, ਉਹ ਜਹਾਜ਼ ਨੂੰ ਲੈਂਡਿੰਗ ਕਰਨ ਵਾਸਤੇ ਵੀ ਸਹੀ ਸਿੱਧਾ ਤਾਂ ਐਂ ਜਹਾਜ਼ ਜਾ ਰਿਹਾ ਹੁੰਦਾ, ਉਹਨੂੰ ਪੁੱਠਾ ਕਰ ਲੈਂਦਾ ਵੀ ਇਹਦੀ ਐਂ ਵੀ ਖੜ ਜਾਵੇ, ਕਿਉਂਕਿ ਸਿੱਧਾ ਖੜ ਨਹੀਂ ਰਿਹਾ ਹੁੰਦਾ ਜਹਾਜ਼। ਚਲੋ ਪੁੱਠਾ ਹੋਣ ਕਰਕੇ ਜਵਾਕ ਇੱਕ ਫਸ ਜਾਂਦਾ। ਇੱਕ ਏਅਰ ਹੋਸਟੈਸ ਵਿਚਾਰੀ ਉਸ ਜਵਾਕ ਨੂੰ ਮਸਾਂ ਬਚਾਉਂਦੀ ਹੈ, ਉਹਨੂੰ ਬਚਾਉਣ ਦੇ ਚੱਕਰ 'ਚ ਉਹਦੀ ਵੀ ਡੈਥ ਹੋ ਜਾਂਦੀ ਹੈ ਏਅਰ ਹੋਸਟੈਸ ਦੀ। ਤਾਂ ਮਤਲਬ ਉਹਨੂੰ ਵਕੀਲ ਕਹਿੰਦਾ ਵੀ ਤੂੰ ਝੂਠ ਬੋਲਦੀ ਵੀ ਤੈਨੇ ਨਸ਼ਾ ਨਹੀਂ ਕੀਤਾ ਸੀ, ਵੀ ਬਲੱਡ ਦੇ ਸੈਂਪਲ ਉਹ ਏਅਰ ਹੋਸਟੈਸ ਦੇ ਸੀ ਜਿਹੜੀ ਮਰ ਚੁੱਕੀ, ਵੀ ਅਸੀਂ ਸਾਰਾ ਸਾਥ ਦੇਵਾਂਗੇ। ਮਤਲਬ ਕਿ ਐਂਡ ਵਾਲਾ ਸੀਨ 'ਤੇ ਆਉਂਦੇ ਆਪਾਂ। ਮਤਲਬ ਬੜਾ ਉਹ ਕਰਦਾ, ਬੜਾ ਇੱਦਾਂ ਹੀ ਬੋਲਦਾ ਮੈਂ ਨਸ਼ਾ ਨਹੀਂ ਕੀਤਾ ਸੀ, ਪਹਿਲਾਂ ਤਾਂ ਬੋਲੀ ਜਾਂਦਾ। ਜਦੋਂ ਉਹ ਕਹਿੰਦਾ ਵੀ ਹਾਂ ਵੀ ਫਿਰ ਉਹ ਏਅਰ ਹੋਸਟੈਸ ਨੇ ਵੀ ਉਹਦੇ ਵਿੱਚ ਬੋਤਲਾਂ ਤਾਂ ਮਿਲਦੀਆਂ ਨੇ, ਨਸ਼ੇ ਦੀਆਂ ਬੋਤਲਾਂ ਮਿਲਦੀਆਂ ਨੇ, ਜਿੱਥੇ ਸਿਰਫ ਮਤਲਬ ਜਹਾਜ਼ ਦੇ ਕਰਮਚਾਰੀ ਹੀ ਜਾ ਸਕਦੇ ਸੀ, ਵੀ ਉੱਥੇ ਫਿਰ ਬੋਤਲਾਂ ਕਿੱਥੋਂ ਆਈਆਂ ਨਸ਼ੇ ਵਾਲੀਆਂ। ਕਹਿੰਦੇ ਵੀ ਫਿਰ ਉਹ ਜਿਹੜੀ ਏਅਰ ਹੋਸਟੈਸ ਹੋਈ ਵੀ ਉਹਨੂੰ ਕਿਹੜਾ ਪੁੱਛਣ ਵਾਲਾ ਕੋਈ ਵੀ ਉਹਦਾ ਨਾਮ ਲੈ ਦੋ ਵੀ ਉਹਨੇ ਪੀਤੀ ਸੀਗੀ। ਉਹ ਬਾਰ-ਬਾਰ ਪੁੱਛਦੇ ਜਿਹੜੇ ਇਨਵੈਸਟੀਗੇਸ਼ਨ ਵੀ ਉਹਨੇ ਪੀਤੀ ਸੀ, ਉਹਨੇ ਪੀਤੀ ਸੀ। ਉਹਦੇ ਮਨ 'ਚ ਇੱਕ ਗੱਲ ਆਉਂਦੀ ਹੈ ਵੀ ਉਹਦੇ ਮਨ ਨੂੰ ਫਿਰ ਅਜੀਬ ਜਿਹਾ ਮਹਿਸੂਸ ਹੁੰਦਾ ਵੀ ਤਾਂ ਗੜਬੜ ਹੋ ਰਹੀ ਹੈ, ਵੀ ਉਸਨੇ ਤਾਂ ਆਪਣੀ ਜਾਨ ਇੱਕ ਬੱਚੇ ਨੂੰ ਬਚਾਉਣ ਪਿੱਛੇ ਬਚਾਈ, ਮੈਂ ਉਸ ਦੀ ਇਸ ਕੁਰਬਾਨੀ ਦੇ ਵਿੱਚ ਵੀ ਮੈਂ ਉਸ ਨੂੰ ਕੀ ਕਰਾਂ। ਜਦ ਕਿ ਉਹ ਸਾਰੀ ਜ਼ਿੰਦਗੀ ਉਹਦਾ ਪਰਿਵਾਰ ਵੀ ਨਸ਼ੇ ਕਰਕੇ ਉਹ ਅਲੱਗ ਹੁੰਦਾ ਹੈ, ਉਹਦੀ ਵਾਈਫ ਵੀ, ਉਹਦੇ ਬੱਚੇ ਵੀ ਉਹ ਤੋਂ ਅਲੱਗ ਹੁੰਦੇ ਨੇ, ਨਸ਼ੇ ਕਰਕੇ ਵੀ ਨਸ਼ਾ ਕਰਦਾ ਇਹ, ਠੀਕ ਹੈ ਜੀ। ਮਤਲਬ ਉਹਦੇ ਲੋਕ ਅਲੱਗ ਹੁੰਦੇ ਨੇ। ਉਹ ਫਿਰ ਐਂਡ ਦੇ ਵਿੱਚ ਬਸ ਉੱਥੇ ਰੋ ਪੈਂਦਾ, ਕਹਿੰਦਾ ਵੀ ਬਸ ਮੈਂ ਆਪਣੇ ਬਚਾਅ ਲਈ ਕਹਿੰਦਾ ਹੁਣ ਝੂਠ ਨਹੀਂ ਬੋਲ ਸਕਦਾ, ਕਹਿੰਦਾ ਨਹੀਂ ਨਸ਼ਾ ਮੈਂ ਨਹੀਂ ਕੀਤਾ ਸੀ, ਵੀ ਉਹਨੇ ਕੁਛ ਨਹੀਂ ਕੀਤਾ ਸੀਗਾ। ਅਤੇ ਫਿਰ ਉਹਨੂੰ 5 ਸਾਲ ਦੀ 6 ਸਾਲ ਦੀ ਸਜ਼ਾ ਹੁੰਦੀ ਹੈ। ਉੱਥੇ ਮੈਂ ਆਪਣੇ ਸਾਥੀਆਂ ਨੂੰ ਸੁਣਾ ਰਿਹਾ ਹੁੰਦਾ ਜਿਹੜੇ ਜੇਲ੍ਹ 'ਚ ਹੁੰਦੇ ਨੇ, ਕਹਿੰਦੇ ਬਸ ਉਹ ਮੇਰੀ ਆਦਤ ਹੋ ਗਈ ਸੀ, ਮੈਨੂੰ ਲੱਗਦਾ ਸੀ ਮੈਂ ਸਾਰੀ ਜ਼ਿੰਦਗੀ ਝੂਠ ਬੋਲ ਕੇ ਵੀ ਇਹ ਹੁਣ ਮੇਰੇ ਤੋਂ ਹੋਰ ਝੂਠ ਨਿਕਲ ਹੀ ਨਹੀਂ ਰਿਹਾ ਸੀ ਮੇਰੇ ਮੂੰਹ 'ਚੋਂ ਬਾਹਰ, ਵੀ ਮੈਂ ਆਪਣਾ ਜੀਵਨ ਇੰਨਾ ਬਰਬਾਦ ਕਰ ਲਿਆ। ਠੀਕ ਹੈ ਕੰਮ ਦੇ ਵਿੱਚ ਉਹਨੇ ਕੋਈ ਕਮੀ ਨਹੀਂ ਛੱਡੀ ਸੀ, ਆਪਾਂ ਕੰਮ ਦੇ ਉੱਪਰ ਆਉਂਦੇ ਹਾਂ, ਪਰ ਘਰ ਵੀ ਅਲੱਗ ਹੋ ਗਿਆ, ਬੱਚੇ ਅਲੱਗ ਹੋ ਗਏ, ਫਲਾਣਾ ਹੋ ਗਿਆ। ਮਤਲਬ ਉਹਨੂੰ ਐਂ ਲੱਗਿਆ ਵੀ ਨਹੀਂ, ਕਹਿੰਦਾ ਵੀ ਹੁਣ ਮੈਂ ਉਸ ਦਾ ਇਲਜ਼ਾਮ ਕਿਵੇਂ ਲਾ ਦੇਵਾਂ ਉਸ ਦੇ ਸਿਰ 'ਤੇ। ਇੱਥੇ ਫਿਰ ਉਹਨੇ ਜੋ ਮਤਲਬ ਕਿ ਸਜ਼ਾ ਕਬੂਲ ਕਰ ਲਈ 5-6 ਸਾਲ ਦੀ, ਵੀ ਮੈਂ ਉਸ ਮਰੇ ਹੋਏ ਵਿਅਕਤੀ ਦੇ ਝੂਠਾ ਇਲਜ਼ਾਮ ਨਹੀਂ ਜਾਣ ਦੇ ਸਕਦਾ, ਵੀ ਹੁਣ ਤਾਂ ਹੱਥ ਹੋ ਗਈ। ਉਹਦਾ ਮਨ ਵੀ ਰੋ ਪਿਆ, ਵੀ ਕਹਿੰਦਾ ਮੇਰਾ ਮਨ ਵੀ ਜਵਾਬ ਦੇ ਗਿਆ ਵੀ ਤੂੰ ਕਿੰਨਾ ਕੁ ਝੂਠ ਬੋਲੀ ਜਾਏਗਾ ਆਪਣੇ ਆਪ ਨੂੰ ਬਚਾਉਣ ਲਈ ਜ਼ਿੰਦਗੀ 'ਚ। ਮਤਲਬ ਦੇਖੋ ਵੀ ਇਹ ਸਾਡੇ ਜੀਵਨ ਦਾ ਇੱਕ ਅੰਗ ਬਣ ਜਾਂਦਾ। ਪੂਰਵ ਲਿਖਿਆ ਸੋ ਕਰਮ ਕਮਾਇਆ। ਇੱਕ ਝੂਠ ਬੋਲਦੇ ਆ ਨਾ ਜ਼ਿੰਦਗੀ ਝੂਠਾਂ ਦੇ ਸਾਰੇ ਬਣ ਜਾਂਦੀ ਆ, ਬੱਚੇ ਅਲੱਗ, ਪਰਿਵਾਰ ਅਲੱਗ, ਪਤਾ ਨਹੀਂ ਜੀਵਨ 'ਚ ਕੀ ਉਹਨੂੰ ਸਹਿਣਾ ਪੈਂਦਾ। ਕਿਉਂਕਿ ਆਦਤ ਬਣ ਗਈ ਝੂਠ ਬੋਲਣ ਦੀ, ਉਹ ਛੁੱਟਦੀ ਨਹੀਂ। ਫਿਰ ਉਹ ਇੱਕ ਵੱਡਾ ਜੁਰਮ ਖੜਾ ਕਰਦੀ ਹੈ ਝੂਠ। 6 ਸਾਲ ਦੀ ਸਜ਼ਾ ਹੋਈ ਨਾ, ਜੇ ਪਹਿਲਾਂ ਹੀ ਹਟ ਜਾਂਦਾ ਚੀਜ਼ਾਂ ਤੋਂ, 6 ਸਾਲ ਦੀ ਸਜ਼ਾ ਨਹੀਂ ਹੋਣੀ ਸੀ। ਸਮਝ ਰਹੇ ਇਸ ਕਰਮ ਨੂੰ? ਆਪਣੇ ਕਰਮਾਂ ਦੇ ਵਿੱਚ ਅਸੀਂ ਬਦਲਾਵ ਇੱਕ ਨਾ ਇੱਕ ਦਿਨ ਸਿੱਧ ਹੁੰਦੇ ਨੇ। ਜਦੋਂ ਅਸੀਂ ਕਰਦੇ ਹਾਂ ਨਾ, ਅਸੀਂ ਕਈ ਵਾਰ ਸੋਚਦੇ ਹਾਂ ਵੀ ਕਿਹੜਾ ਕਿਸੇ ਨੂੰ ਪਤਾ ਲੱਗਣਾ, ਪਰ ਇੱਕ ਨਾ ਇੱਕ ਦਿਨ ਜ਼ਾਹਰ ਹੁੰਦੇ ਨੇ। ਜਿਵੇਂ ਅੱਜ ਦੇ ਅਖਬਾਰ 'ਚ ਵੀ ਖਬਰ ਹੈ, 3 ਬੱਚੇ ਨਹਿਰ 'ਤੇ ਨਹਾਉਣ ਚਲੇ ਗਏ। ਇੱਕ ਬੱਚੇ ਨੂੰ ਪਾਣੀ 'ਚ ਵੈਸੇ ਨਹਾਉਣ ਭਾਖੜਾ 'ਚ ਕਹਿੰਦੇ ਚੱਲ ਨਹਾ ਲੈ, ਉਹਨੇ ਨਹਾ ਨਹੀਂ ਰਿਹਾ ਸੀ, ਉਹਨੂੰ ਊਂ ਧੱਕੇ ਨਾਲ ਵਿੱਚੋਂ ਬਾੜ ਲਿਆ, ਉਹ ਰੁੜ ਗਿਆ। ਫਿਰ ਉਹਦਾ ਮੋਬਾਈਲ ਵੀ ਪਿੱਛੇ ਗੇਰਤਾ, ਐਕਟਿਵਾ ਵੀ ਪਿੱਛੇ ਗੇਰਤੀ। ਸ਼ਾਇਦ ਪਟਿਆਲੇ ਜਿਵੇਂ ਕਿੱਥੇ ਦੀ ਖਬਰ ਹੈ। ਫਿਰ ਉਹ ਬਚੇ ਥੋੜ੍ਹੀ ਨੇ ਬੱਚੇ, ਉਹਦਾ ਜੇ ਲੋਕ ਦੇਖ ਰਹੇ ਸੀ ਵੀ ਉੱਥੇ 3 ਬੰਦੇ ਨਹਾ ਰਹੇ ਸੀਗੇ, ਵੀ ਇੱਕ ਨਹਾ ਨਹੀਂ ਰਿਹਾ ਸੀ, ਕਈਆਂ ਨੇ ਦੱਸਿਆ, ਤਾਂ ਉਦੋਂ ਨੇ ਚੱਕ ਲਏ ਫਿਰ ਪੁਲਿਸ ਵਾਲਿਆਂ ਨੇ। ਮਤਲਬ ਝੂਠ, ਧੱਕਾ, ਇਹ ਚੀਜ਼ਾਂ ਕਦੀ ਉਹ ਨਹੀਂ ਹੁੰਦੀਆਂ। ਹੁਣ ਸਭ ਤੋਂ ਵੱਡੀ ਗੱਲ ਦੇਖੋ,
ਆਪਾਂ ਅਖਬਾਰਾਂ ਡੇਲੀ ਪੜ੍ਹਦੇ ਹਾਂ, ਕੁਛ ਚੀਜ਼ਾਂ ਆਪਾਂ ਡਿਸਕਸ ਕਰਦੇ ਹਾਂ, ਇਹ ਸਮਝਣ ਦੀ ਲੋੜ ਹੈ। ਹੁਣ ਰੋਜ਼ ਪੜ੍ਹਦੇ ਹਾਂ ਵੀ ਕਿਸੇ ਨੇ ਪ੍ਰੇਮੀਆਂ ਨੇ ਪ੍ਰੇਮਿਕਾ ਨੇ ਪਤੀ ਨੂੰ ਮਾਰਤਾ, ਕੋਈ ਪਤੀ ਆਪਣੀ ਪਤਨੀ ਨੂੰ ਮਾਰ ਦਿੰਦਾ ਇਹ ਚੱਕਰਾਂ 'ਚ ਪੈ ਕੇ, ਹੈ ਨਾ, ਪੜ੍ਹਦੇ ਨਾ ਆਪਾਂ। ਹੁਣ ਉਹ ਦੇਖੋ ਕਹਿੰਦੇ ਉਹਨੂੰ ਨਸ਼ਾ ਦਿਖਾਇਆ, ਉਹ ਪਰਸੋਂ ਦੇ ਅਖਬਾਰ 'ਚ ਆਇਆ ਸੀ ਵੀ ਮੇਰਾ ਜੀ ਘਰ ਵਾਲਾ ਨਸ਼ਾ ਕਰਕੇ ਕੋਠੇ ਤੋਂ ਗਿਰ ਗਿਆ। ਜਦੋਂ ਫਿਰ ਪ੍ਰੋਪਰ ਇਨਵੈਸਟੀਗੇਸ਼ਨ ਹੋਈ, ਕਿਉਂਕਿ ਇਹ ਝੂਠ ਪਹਿਲਾਂ ਲੱਗਦੇ ਨੇ ਕਿ ਝੂਠ ਰਹਿਣਗੇ, ਜਿਵੇਂ ਆਪਾਂ ਝੂਠ ਬੋਲੀ ਜਾਂਦੇ ਹਾਂ ਮਾੜੀ ਮਾੜੀ ਗੱਲ 'ਤੇ ਬੋਲ ਦਿੰਦੇ ਹਾਂ ਰਹਿਣਗੇ, ਪਰ ਦੇਖੋ ਫੜਿਆ ਗਿਆ। ਹੁਣ ਉਹ ਸਾਰੀ ਉਮਰ ਕੀ ਖੱਟਿਆ, 10-15 ਸਾਲ ਦਾ ਅੰਦਰ ਨਹੀਂ ਨਾ ਜੇਲ੍ਹ ਦੇ, ਐ ਨਹੀਂ ਪਤਾ ਜੇ ਜ਼ਿਆਦਾ ਸਖਤ ਜੁਰਮ ਸਾਫ਼ ਹੋਏ ਉਹਦੀ ਤਾਂ ਫਾਂਸੀ ਜਾਂ ਉਮਰ ਕੈਦ ਵੀ ਹੋ ਜਾਂਦੀ ਹੈ। ਮਤਲਬ ਸਾਡੇ ਜੀਵਨ ਨੂੰ ਗੁਰੂ ਜੀ ਕਹਿੰਦੇ ਪੂਰਬ ਲਿਖਿਆ ਸੋ, ਕਿਉਂਕਿ ਇਹ ਚੀਜ਼ਾਂ ਇੱਦਾਂ ਨਹੀਂ ਵਾਪਰਦੀਆਂ ਇੱਕਦਮ ਵੀ ਇੱਕਦਮ ਦਾ ਝੂਠ ਬੋਲਣ ਲੱਗ ਗਿਆ। ਇਹ ਸਾਡੀਆਂ ਬਚਪਨ ਤੋਂ ਜੋ ਸਾਡੇ ਅੰਦਰ ਭਰਿਆ ਜਾਂਦਾ ਹੈ, ਉਹ ਚੀਜ਼ਾਂ ਫਿਰ ਬੜੀਆਂ ਹੋ ਕੇ ਵੱਡਾ ਰੰਗ ਦਿਖਾਉਂਦੀਆਂ ਨੇ। ਤਾਂ ਅਸੀਂ ਆਪਣੇ ਆਪ ਨੂੰ ਕੀ ਬਣਾਉਣਾ, ਚੰਗੇ, ਕਿਸੇ ਦਾ ਨਾਮ ਕਦੀ ਨਹੀਂ ਲੈਣਾ, ਆਪਣੀਆਂ ਗਲਤੀਆਂ ਵੱਲ ਕੀ ਕਰਨਾ ਹੈ, ਧਿਆਨ ਦੇਣਾ ਹੈ, ਮੈਂ ਕੀ ਕਰ ਰਿਹਾ, ਮੈਂ ਉਸ ਨੂੰ ਸੁਧਾਰਨਾ। ਫਿਰ ਆਪਾਂ ਨੇ ਜੋ ਗਲਤੀ ਲੱਗਦੀ ਹੈ ਗੁਰੂ ਸਾਨੂੰ ਇਹ ਸਮਝਾ ਰਹੇ ਨੇ। ਫਿਰ ਗੁਰੂ ਜੀ ਕਹਿੰਦੇ ਸਤਿਗੁਰ ਸੇਵ ਸਦਾ ਸੁਖ ਪਾਇਆ। ਭਾਈ ਜੇ ਸੱਤ ਦੇ ਰਸਤੇ ਚੱਲੋਗੇ, ਸੱਚੇ ਗੁਰੂ ਦੀ ਗੱਲ ਨੂੰ ਮੰਨੋਗੇ, ਸਦਾ ਸੁਖੀ ਰਹੋਗੇ, ਸਦਾ। ਠੀਕ ਹੈ ਜੀ। ਬਿਨ ਭਾਗਾਂ ਗੁਰ ਪਾਈਐ ਨਾਹੀ। ਜੇ ਸਾਡੇ ਭਾਗ ਚੰਗੇ ਨਹੀਂ ਹੋਣਗੇ, ਭਾਗ ਚੰਗੇ ਕਿਵੇਂ ਬਣਦੇ ਨੇ ਜੀ, ਜਦੋਂ ਸਾਡਾ ਮਨ ਕਵੇ ਕਿ ਮੈਂ ਚੰਗੇ ਰਸਤੇ 'ਤੇ ਤੁਰਨਾ ਹੈ, ਫਿਰ ਗੁਰੂ ਵੀ ਮਿਲ ਜਾਂਦਾ ਹੈ, ਫਿਰ ਗੁਰੂ ਗ੍ਰੰਥ ਸਾਹਿਬ ਜੀ ਪੜ੍ਹੇ ਵੀ ਜਾਂਦੇ ਨੇ, ਫਿਰ ਸਮਝੇ ਵੀ ਜਾਂਦੇ ਨੇ, ਜਦੋਂ ਅਸੀਂ ਆਪਣੇ ਅੰਦਰਲੇ ਭਾਗਾਂ ਨੂੰ ਠੀਕ ਕਰਦੇ ਹਾਂ। ਪਰ ਬਿਨਾਂ ਭਾਗ ਠੀਕ ਕੀਤੇ ਵੀ ਜੋ ਮਨ ਨੇ ਕਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਚੱਕ ਕੇ ਪੜ੍ਹਨਾ ਹੀ ਨਹੀਂ, ਰੁਮਾਲਾ ਸਾਹਿਬ ਨੂੰ ਕਦੀ ਅਰਥਾਂ ਵੱਲ ਜਾਣਾ ਹੀ ਨਹੀਂ ਹੈ, ਕਦੀ ਸਮਝ ਵੱਲ ਅੱਧਾ ਘੰਟਾ ਬੈਠਣਾ ਨਹੀਂ ਕਿ ਮੈਂ ਜਦ ਆਪਣੇ ਆਪ ਨੂੰ ਸਮਝਾਵਾਂ, ਅੱਜ ਆਪਣੇ ਨਾਲ ਗੱਲਾਂ ਕਰਾਂ। ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਗੱਲਾਂ ਕਿਹਦੇ ਨਾਲ ਕਰਨੀਆਂ ਨੇ, ਆਪਣੇ ਆਪ ਨਾਲ ਪੜ੍ਹਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੱਲਾਂ ਕਿਹਦੇ ਨਾਲ ਕਰਨੀਆਂ ਨੇ, ਆਪਣੇ। ਫਿਰ ਪਤਾ ਲੱਗਦਾ ਹੈ ਕਿ ਮੈਂ ਕੀ ਕਰ ਰਿਹਾ ਹਾਂ। ਬਿਨ ਭਾਗਾਂ ਗੁਰ ਪਾਈਐ ਨਾਹੀ, ਸ਼ਬਦੈ ਮੇਲ ਮਿਲਾਵਨ। ਸ਼ਬਦ ਦੁਆਰਾ ਹੀ, ਪਿਆਰ ਦੁਆਰਾ ਹੀ, ਹੁਕਮ ਦੁਆਰਾ ਹੀ ਉਸ ਨਾਲ ਮੇਲ ਮਿਲਾਇਆ ਜਾਂਦਾ ਹੈ, ਉਸ ਨਾਲ ਮਿਲਾਪ ਹੁੰਦਾ ਹੈ। ਗੁਰਮੁਖ ਅਲਿਪਤਰ ਹੈ ਸੰਸਾਰੇ। ਜੋ ਗੁਰੂ ਦੇ ਸਨਮੁਖ ਚੱਲਦੇ ਨੇ ਉਹ ਸੰਸਾਰ ਤੋਂ, ਉਹ ਸੰਸਿਆਂ ਦੀਆਂ ਪਰੇਸ਼ਾਨੀਆਂ ਤੋਂ ਅਲਿਪਤ ਹੋ ਜਾਂਦੇ ਨੇ, ਦੂਰ ਹੋ ਜਾਂਦੇ ਨੇ। ਕੀ ਹੋ ਜਾਂਦੇ ਨੇ, ਅਲਿਪਤ ਦਾ ਮਤਲਬ ਕੀ ਹੈ, ਉਹ ਆਪਣੇ ਜੀਵਨ ਦੇ ਉਦੇਸ਼ਾਂ ਨੂੰ ਮੂਹਰੇ ਰੱਖਦੇ ਨੇ, ਫਾਲਤੂ ਦੇ ਝੰਜੜਾਂ ਨੂੰ ਛੱਡਣਾ ਸ਼ੁਰੂ ਕਰ ਦਿੰਦੇ ਨੇ। ਇਹ ਨਹੀਂ ਕਿ ਘਰ ਛੱਡ ਜਾਂਦੇ ਨੇ, ਸਭ ਤੋਂ ਵੱਡੀ ਇਹ ਆਪਾਂ ਨੂੰ ਸਮਝਣ ਦੀ ਲੋੜ ਹੈ ਲਿਪਤ ਹੋਣਾ, ਕਿ ਉਹ ਹਰ ਇੱਕ ਚੀਜ਼, ਜਿਵੇਂ ਉਹਦੀ ਗੱਲ ਕੀਤੀ ਆਪਾਂ ਫਿਰ ਸੁਕਰਾਤ ਦੇ ਉੱਪਰ ਬਾਰ-ਬਾਰ ਆਉਂਦੇ ਹਾਂ, ਉਹ ਲਿਪਤ ਸੀਗਾ, ਉਹ ਜੀ ਰਿਹਾ ਸੀ, ਪਰ ਫਾਲਤੂ ਦੂਜਿਆਂ ਦੀ ਟੈਨਸ਼ਨ ਨਹੀਂ ਲੈ ਰਿਹਾ ਸੀ। ਸੁਕਰਾਤ ਨੂੰ ਪੜ੍ਹਿਓ, ਸਹਿਜ ਜੀ, ਦੀਪਜੋਤ ਜੀ, ਪ੍ਰਭਜੋਤ ਜੀ, ਸੁਕਰਾਤ ਨੂੰ ਪੜ੍ਹਿਓ, ਅਜੀਤ ਦੇ ਅਖਬਾਰ 'ਚ ਆਇਆ ਹੈ ਐਤਵਾਰ ਦੇ 'ਚ। ਆਪਾਂ ਨੇ ਉਹਦੇ ਕੁਛ ਚੀਜ਼ਾਂ ਸਿੱਖਣੀਆਂ ਨੇ, ਨਹੀਂ ਕਿ ਫਾਲਤੂ ਗੱਲਾਂ ਵੱਲ ਧਿਆਨ ਦੇਣਾ। ਜਿਹੜੇ ਮੇਨ ਚੀਜ਼ ਹੈ, ਤੱਤ ਕੀ ਹੈ, ਤੱਤ ਵੱਲ ਜਾਣਾ ਆਪਾਂ ਨੇ। ਕੁਛ ਚੀਜ਼ਾਂ ਐਸੀਆਂ ਜਿਹੜੀਆਂ ਆਪਾਂ ਹੋਰ ਤਰੀਕੇ ਨਾਲ ਸਮਝਦੇ, ਆਪਾਂ ਤੱਤ ਕੁਛ ਹੋਰ ਹੁੰਦਾ ਉਹਦਾ, ਠੀਕ ਹੈ ਨਾ। ਤੱਤ ਵੱਲ ਜਾਣਾ ਵੀ ਉਹ ਕੈਸਾ ਉਸਦਾ ਆਪਣਾ ਸਿਸਟਮ ਸੀ ਜੀਵਨ ਦਾ। ਗੁਰਮੁਖ ਲਿਪਤਰ ਹੈ ਸੰਸਾਰੇ, ਗੁਰ ਕੈ ਤਕੀਐ ਨਾਮ ਆਧਾਰੇ। ਗੁਰ ਕੈ ਤਕੀਐ ਨਾਮ, ਤਕੀਐ ਮਤਲਬ ਆਸਰੇ, ਨਾਮ ਆਧਾਰੇ, ਨਾਮ ਵਿੱਚ, ਆਸਰੇ ਵਿੱਚ। ਗੁਰੂ ਦੇ ਜੀਵਨ ਦੇ ਅਨੁਸਾਰ ਚੱਲ ਕੇ, ਜੇ ਗੁਰੂ ਦੇ ਆਸਰੇ ਚੱਲਦੇ ਹਾਂ ਤਾਂ ਨਾਮ ਸਾਡਾ ਆਧਾਰ ਬਣ ਜਾਂਦਾ ਹੈ, ਸਾਡਾ ਮਦਦਗਾਰ ਬਣ ਜਾਂਦਾ ਹੈ, ਸਾਡਾ ਬੇਸ ਬਣ ਜਾਂਦਾ ਹੈ। ਨਾਮ ਕੌਣ ਬਣ ਜਾਂਦਾ ਹੈ, ਨਾਮ, ਪਰਮਾਤਮਾ ਦਾ ਨਾਮ। ਗੁਰਮੁਖ ਜੋਰ ਕਰੇ ਕਿਆ ਤਿਸਨੋ, ਆਪੇ ਖਪ ਦੁੱਖ ਪਾਵਨਿਆ। ਹੁਣ ਦੇਖੋ ਗੁਰੂ ਜੀ ਕੀ ਕਹਿੰਦੇ ਨੇ, ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਸ ਉੱਤੇ ਕੋਈ ਹੋਰ ਮਨੁੱਖ ਦਬਾਅ ਨਹੀਂ ਪਾ ਸਕਦਾ, ਉਹਦੇ ਸਿਰ 'ਤੇ ਕੋਈ ਕੁਛ ਨਹੀਂ ਕਰ ਸਕਦਾ ਜਾਂ ਕਰਾ ਸਕਦਾ। ਆਪਾਂ ਕਹਿੰਦੇ ਹਾਂ ਨਾ ਵੀ ਲੋਕਾਂ ਨੇ ਇਹਦੇ ਐਂ ਕਰਤਾ, ਉਹ ਕਰਤਾ, ਫਲਾਣਾ ਕਰਤਾ, ਢਮਕਾਣਾ ਕਰਤਾ, ਹੈ ਨਾ, ਤਾਂ ਨਹੀਂ ਕੋਈ ਕਰ ਸਕਦਾ। ਉਹ ਸਗੋਂ ਜਿਹੜੇ ਇਹ ਜਿਹਾ ਕੁਛ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਿਹੜੇ ਇਹ ਜਿਹਾ ਕੁਛ ਕਰਨ ਦੀ ਉਹ ਆਪ ਹੀ ਸਗੋਂ ਖੁਆਰ ਹੋ ਕੇ ਦੁੱਖ ਸਹਾਰਦੇ ਰਹਿੰਦੇ ਹਨ।
ठीक है जी। मन मुख अंधे सुध न काई, जिमें गुरु अमरदास जी ਨੂੰ ਜਾਂ ਗੁਰੂ ਰਾਮਦਾਸ ਜੀ ਦੇ ਖਿਲਾਫ ਕਿੰਨੀਆਂ ਸ਼ਿਕਾਇਤਾਂ ਕਰਦੇ ਸੀ ਕਈ ਬੰਦੇ ਜਾ ਕੇ ਰਾਜਿਆਂ ਲਵੇ, ਉਸ ਟਾਈਮ ਅਕਬਰ ਲਵੇ, ਫਲਾਣੇ ਲਵੇ, ਪਰ ਐਂਡ ਦੇ ਵਿੱਚ ਛਿੱਤਰ ਖਾ ਕੇ ਆ ਜਾਂਦੇ ਸੀ, ਕਿਉਂਕਿ ਅਕਬਰ ਸਮਝਦਾ ਸੀ ਉਹ ਬਿਲਕੁਲ ਸਦਾ ਵੀ ਕਿਹੜੀ ਸੱਚ ਹੈ ਕਿ ਝੂਠਾ, ਸਮਝਦਾ ਸੀ ਯਾਰ ਗੱਲ ਨੂੰ, ਔਖਾ ਮਿਲ ਕੇ ਨਿਆਂ ਉਹ ਨਹੀਂ ਕਰਦਾ ਸੀ, ਤਾਂ ਸਭ ਝੂਠ ਛਿੱਤਰ ਖਾ ਕੇ ਆ ਜਾਂਦੇ ਸੀ। ਉਲਟਾ ਗੁਰੂ ਘਰ ਨੂੰ ਕੋਈ ਜ਼ਮੀਨਾਂ ਉਹਨੇ ਦਾਨ ਦੇ ਮਤਲਬ ਨਾਂ ਵੀ ਲਗਾਤੀਆਂ ਵੀ ਚਲੋ ਇੱਥੇ ਕੰਮ ਚੱਲਦਾ ਰਹੇ। ਨਹੀਂ ਗੁਰੂ ਨਾਨਕ ਦੇਵ ਨੇ ਸਿੱਧ ਕਿੰਨੀਆਂ ਚੀਜ਼ਾਂ ਲਿਖੀਆਂ ਨੇ, ਬਸ ਕਿੰਨਾ ਗੁਰਬਾਣੀ 'ਚ ਸਿੱਧਾ ਲਿਖਿਆ ਹੋਇਆ ਨੇ, ਤਾਂ ਉਹਨਾਂ ਨੇ ਕਿਹਾ ਵੀ ਐਂ ਲਿਖਿਆ ਹੈ, ਦੱਸੋ ਗਲਤ ਹੈ ਝੂਠ ਹੈ। ਸੱਚ ਗੱਲ ਸੀ ਉਹ ਮੰਨਦੇ ਵੀ ਸੱਚ ਹੈ, ਵੀ ਠੀਕ ਲਿਖਿਆ ਗੁਰਬਾਣੀ 'ਚ ਹਰ ਇੱਕ ਚੀਜ਼ ਨੂੰ। ਕੋਈ ਮੁਸਲਮਾਨਾਂ ਖਿਲਾਫ ਭੜਕਾਉਂਦੇ ਸੀ ਨਾ ਉਹਨਾਂ ਨੂੰ, ਰਾਜਿਆਂ ਨੂੰ ਵੀ ਦੇਖੋ ਮੁਸਲਮਾਨਾਂ ਖਿਲਾਫ ਇੰਨਾ ਕੁਝ ਕਹਿੰਦੇ ਦੱਸੋ ਵੀ ਆਹ ਲਿਖਿਆ ਹੈ ਸੱਚ, ਵੀ ਇੱਦਾਂ ਦਾ ਜੀਵਨ ਨਹੀਂ ਹੋਣਾ ਚਾਹੀਦਾ ਮੁਸਲਮਾਨ ਦਾ, ਕਹਿੰਦੇ ਹੋਣਾ ਚਾਹੀਦਾ। ਤਾਂ ਮਤਲਬ ਇਹ ਸਮਝਣ ਵਾਲੀਆਂ ਗੱਲਾਂ ਨੇ ਕੁਛ। ਮਨਮੁਖ ਅੰਧੇ ਸੁਧ ਨਾ ਕਾਈ, ਮਨਮੁਖ ਅੰਨੇ ਹੋ ਜਾਂਦੇ ਨੇ, ਉਹਨੂੰ ਸੁਧ ਨਹੀਂ ਰਹਿੰਦੀ ਕਿ ਮੈਂ ਕੀ ਕਰ ਰਿਹਾ ਹਾਂ। ਕੰਨ ਭਰਦੇ ਨਾ ਜਾ ਕਿਸੇ ਨਾ ਕਿਸੇ ਦੇ, ਫਿਰ ਤਾਂ ਗੜਬੜਾਂ ਹੁੰਦੀਆਂ ਨੇਗੀਆਂ। ਆਤਮ ਘਾਤੀ ਹੈ ਜਗਤ ਕਸਾਈ, ਉਹ ਇਹ ਸੋਚਦੇ ਨੇ ਮੈਂ ਸ਼ਾਇਦ ਕਿਸੇ ਦਾ ਨੁਕਸਾਨ ਕਰਨ ਜਾ ਰਿਹਾ, ਜਦ ਕਿ ਉਹ ਆਪਣਾ ਹੀ ਨੁਕਸਾਨ ਕਰ, ਆਤਮ ਘਾਤੀ, ਆਤਮ ਹੱਤਿਆ ਵਾਲੀ ਗੱਲ ਹੁੰਦੀ ਹੈ। ਉਹ ਆਪਣੇ ਆਪ ਨੂੰ ਹੀ ਖਤਮ ਕਰੀ ਜਾਂਦੇ ਨੇ, ਆਪਣੇ ਆਪ ਨੂੰ ਹੀ ਖਤਮ ਕਰੀ ਜਾਂਦੇ ਨੇ। ਠੀਕ ਹੈ ਜੀ। ਜਗਤ ਦਾ ਵੀ ਨੁਕਸਾਨ ਕਰਦੇ ਨੇ ਅਤੇ ਆਪਣਾ ਵੀ। ਆਪ ਜਗਤ ਹੁੰਦਾ ਆਪਣਾ ਜੀਵਨ, ਉਹਦਾ ਆਪਣੇ ਆਲੇ ਦੁਆਲੇ ਦਾ ਮਾਹੌਲ, ਠੀਕ ਹੈ ਜੀ, ਉਹਨੂੰ ਵੀ ਖਰਾਬ ਕਰ ਲੈਂਦੇ ਨੇ ਅਤੇ ਆਪਣੇ ਆਪ ਨੂੰ ਤਾਂ ਖਰਾਬ ਕਰਨਾ ਹੀ ਹੁੰਦਾ। ਨਿੰਦਾ ਕਰ ਕਰ ਬਹੁ ਭਾਰ ਉਠਾਵੈ, ਦੇਖੋ ਕਿਸੇ ਬਾਰੇ ਨਿੰਦਿਆ ਕਰਨੀ, ਕੰਨ ਭਰਨੇ, ਇਹਨੂੰ ਨਿੰਦਿਆ ਕਰਨਾ ਕਹਿੰਦੇ ਨੇ। ਕਹਿੰਦੇ ਉਹ ਬਹੁਤ ਭਾਰ ਆਪਣੇ ਸਿਰ 'ਤੇ ਉਠਾਈ ਜਾਂਦਾ ਹੈ। ਬਿਨ ਮਜ਼ਦੂਰੀ ਭਾਰ ਪਹੁੰਚਾਵਣਿਆ, ਮਤਲਬ ਕਿ ਇਹ ਕੰਮ ਕਹਿੰਦੇ ਐਸਾ ਹੈ ਵੀ ਤੁਸੀਂ ਪੈਸੇ ਵੀ ਲਿੱਤੇ ਅਤੇ ਕਿਸੇ ਦਾ ਭਾਰ ਚੱਕ ਲਿਆ, ਪੈਸੇ ਲੈ ਕੇ ਕਿਸੇ ਦਾ ਭਾਰ ਚੁੱਕੂਗੇ ਤਾਂ ਮਿਹਨਤ ਹੈ। ਕਹਿੰਦੇ ਨਿੰਦਿਆ ਕਰੀ ਤਾਂ ਇਸ ਬਰਾਬਰ ਆ ਵੀ ਤੁਸੀਂ ਪਤਾ ਭਾਰ ਵੀ ਚੱਕ ਕੇ ਲੈ ਕੇ ਪੈਸੇ ਵੀ ਨਹੀਂ ਮਿਲੇ, ਮਤਲਬ ਖੱਜਲ ਖੁਆਰੀ ਇਹ ਹੁੰਦੀ ਹੈ। ਇਹ ਜਗ ਵਾੜੀ ਮੇਰਾ ਪ੍ਰਭ ਮਾਲੀ, ਇਹ ਸਾਰਾ ਸੰਸਾਰ ਬ੍ਰਹਿਮੰਡ ਕੀ ਹੈ, ਬਾਗ ਹੈ, ਅਤੇ ਮੇਰਾ ਪ੍ਰਭੂ ਕੀ ਹੈ, ਮਾਲੀ ਹੈ। ਮਾਲੀ ਇੱਕੋ ਗੱਲ ਹੈ, ਮਾਲਕ ਮਾਲੀ ਜਿਹੜਾ ਸੰਵਾਰਦਾ। ਸਦਾ ਸੰਭਾਲੇ ਕੋ ਨਾਹੀਂ ਖਾਲੀ, ਸਭ ਨੂੰ ਰਿਜ਼ਕ ਦੇ ਰਿਹਾ, ਸਭ ਨੂੰ ਮੌਕੇ ਦੇ ਰਿਹਾ, ਇਹ ਨਹੀਂ ਕਿ ਕਿਸੇ ਨੂੰ ਮੌਕਾ ਨਹੀਂ ਦਿੰਦਾ। ਹੁਣ ਉਸਨੇ ਬਦਲਣਾ ਤਾਂ ਆਪਣੇ ਆਪ ਨੂੰ ਆਪ ਹੈ ਨਾ। ਤੁਸੀਂ ਉਰੇ ਬੈਠੇ, ਮੈਂ ਵੀ ਬੈਠੇ ਆ, ਆਪਾਂ ਨੂੰ ਗੁਰੂ ਜੀ ਨੇ ਕਿੰਨੀਆਂ ਗੱਲਾਂ ਸਿਖਾਈਆਂ, ਹੁਣ ਬਦਲਣਾ ਤਾਂ ਆਪਾਂ ਨੇ ਆਪਣੇ ਆਪ ਨੂੰ ਆਪ ਹੈ ਨਾ। ਖਾਲੀ ਕੋਈ ਨਹੀਂ ਹੈਗਾ, ਅੰਦਰ ਸਾਰਾ ਕੁਛ ਗੁਰੂ ਜੀ ਪਿਛਲੇ ਸ਼ਬਦ 'ਚ ਕਹਿੰਦਾ, ਸਾਰੇ ਅੰਦਰ ਸਾਰਾ ਕੁਛ ਚੀਜ਼ਾਂ ਵਰਤ ਰਹੀਆਂ ਨੇ ਆਪਣੇ ਅੰਦਰ। ਜੇਹੀ ਪਰ ਜੇਹੀ ਵਾਸਨਾ ਪਾਏ ਤੇਹੀ ਵਰਤੈ, ਜੈਸਾ ਸਾਡਾ ਅੰਦਰ ਆਪਣੇ ਅੰਦਰ ਵਾਸਨਾਵਾਂ ਰੱਖਦਾ, ਕਹਿੰਦੇ ਉਹਦਾ ਜੀਵਨ ਹੋਏ ਜੀ ਬਣ ਜਾਂਦਾ। ਖਾਲੀ ਕੋਈ ਨਹੀਂ ਹੈ, ਪਰ ਜਿਹੀਆਂ ਵਾਸਨਾਵਾਂ ਨੇ ਜੀਵਨ ਵੈਸਾ ਹੀ ਬਣਦਾ ਹੈ। ਵਾਸੂ ਵਾਸ ਜਨਾਵਨਿਆ, ਫੁੱਲਾਂ ਦੀ ਸੁਗੰਧੀ, ਵਾਸੂ ਦਾ ਮਤਲਬ, ਵਾਸ ਦਾ ਮਤਲਬ ਹੁੰਦਾ ਫੁੱਲਾਂ ਦੀ ਸੁਗੰਧੀ। ਤਾਂ ਗੁਰੂ ਜੀ ਕਹਿੰਦੇ ਪ੍ਰਭੂ ਮਾਲੀ ਵੱਲੋਂ ਜੀ ਫੁੱਲ ਦੇ ਅੰਦਰ ਪਾਏ ਸੁਗੰਧੀ ਤੋਂ ਹੀ ਬਾਹਰ ਉਸ ਦੀ ਸੁਗੰਧੀ ਪ੍ਰਗਟ ਹੁੰਦੀ ਹੈ। ਹੁਣ ਜਿਹੀ ਵਾਸਨਾ ਆਪਣੇ ਅੰਦਰ ਹੈ, ਆਪਾਂ ਬਾਹਰ ਵੀ ਉੱਦਾਂ ਦਾ ਵਰਤਾਵ ਕਰਦੇ ਹਾਂ। ਜਿਹੀ ਜੀ ਸੁਗੰਧੀ ਆਪਣੇ ਅੰਦਰ ਹੈ, ਬਾਹਰ ਵੀ ਉਹੀ ਜਿਹੀ ਸੁਗੰਧੀ ਪੈਦਾ ਕਰਦੇ ਹਾਂ। ਭਾਵ ਜੇ ਮੈਂ ਅੰਦਰੋਂ ਖਿਝਿਆ, ਬਾਹਰ ਵੀ ਖਿਝੀ ਜਾਊਂਗਾ ਸਾਰਿਆਂ ਨੂੰ ਦੇਖ ਦੇਖ ਕੇ। ਅੰਦਰੋਂ ਖੁਸ਼ ਹੈ ਤਾਂ ਸਾਰਿਆਂ ਨੂੰ ਦੇਖ ਦੇਖ ਕੇ ਖੁਸ਼ ਹੋਈ ਜਾਊਂਗਾ ਹਰ ਇੱਕ ਚੀਜ਼ ਨੂੰ। ਜਿਵੇਂ ਆਪਾਂ ਬਾਰ-ਬਾਰ ਸੁਕਰਾਤ ਦੇ ਨਾਂ ਨੇ ਲੇਟੈਸਟ ਪੜ੍ਹਿਆ, ਹੁਣ ਖੁਸ਼ ਰਹਿੰਦਾ ਸੀਗਾ, ਹਰ ਗੱਲ 'ਤੇ ਖੁਸ਼ ਰਹਿੰਦਾ ਸੀ, ਜਦ ਕਿ ਜੀਵਨ ਦਾ ਸੌਖਾ ਉਹਦਾ ਵੀ ਨਹੀਂ ਸੀ। ਜੇ ਪੈਸੇ ਪੱਖੋਂ ਦੇਖੀਏ ਤਾਂ ਕੋਈ ਜੀਵਨ ਕੋਈ ਜ਼ਿਆਦਾ ਪੈਸੇ ਵਾਲਾ ਜੀਵਨ ਉਹਦਾ ਹੈ ਨਹੀਂ ਸੀਗਾ। ਰੋਟੀ ਵੀ ਕਹਿੰਦੇ ਬੜੇ ਔਖੇ, ਚੁੱਲ੍ਹਾ ਚੱਲਦਾ ਸੀ ਉਹਦੇ ਘਰ ਦਾ। ਮਨਮੁਖ ਰੋਗੀ ਹੈ ਸੰਸਾਰ, ਮਨ ਮਗਰ ਲੱਗਣ ਵਾਲਾ ਜਿਹੜਾ ਸੰਸਾਰ ਹੈ ਨਾ ਅੰਦਰਲਾ, ਵੀ ਮੇਰਾ ਅੰਦਰਲਾ ਸੰਸਾਰ ਹੈ, ਮੈਂ ਗੁਰੂ ਦੀ ਸਿੱਖਿਆ ਨਹੀਂ ਮੰਨਦਾ, ਮਨ ਦੇ ਮਗਰ ਚੱਲਦਾ, ਫਿਲਮਾਂ ਦੇਖੀ ਜਾਣੀਆਂ ਜਾਂ ਖਿਝੀ ਜਾਣਾ ਜਾਂ ਕੁਛ ਕਰੀ ਜਾਣਾ, ਇਹ ਰੋਗੀ ਹੋ ਜਾਂਦਾ ਅੰਦਰਲਾ ਸੰਸਾਰ। ਕੀ ਹੋ ਜਾਂਦਾ ਹੈ? ਰੋਗੀ ਬਣ ਜਾਂਦਾ ਆਪਣਾ ਅੰਦਰਲਾ ਸੰਸਾਰ। ਜੇ ਆਪਾਂ ਕਿਸੇ ਦੀ ਵਾਰ-ਵਾਰ ਗੱਲ ਕਰੀ ਜਾਵਾਂਗੇ, ਜੇ ਕਿਸੇ ਦੀ ਵਾਰ-ਵਾਰ ਗੱਲ ਕਰਾਂਗੇ, ਇੱਕ ਦਿਨ ਬੜਾ ਹੋਈ ਜਾਵਾਂਗੇ ਨਾ, ਅੰਦਰਲਾ ਰੋਗੀ ਬਣੀ ਜਾਊਗਾ। ਤਾਂ ਛੱਡ ਦਿਓ ਕਿਸੇ ਦੀ ਬੁਰਾਈ ਕਰਨਾ, ਕਿਸੇ ਬਾਰੇ ਗੱਲ ਸੋਚਣਾ। ਮੈਂ ਕੀ ਕਰ ਰਿਹਾ, ਮੈਂ ਪੜ੍ਹਨਾ, ਮੈਂ ਜੀਵਨ ਨੂੰ ਵਧੀਆ ਬਣਾਉਣਾ, ਇੱਦਾਂ ਸੋਚੋ ਬਸ।
ਸੁਖ ਦਾਤਾ ਵਿਸਰਿਆ ਅਗਮ ਅਪਾਰ। ਜਿਹੜਾ ਸੁੱਖਾਂ ਨੂੰ ਦੇਣ ਵਾਲਾ ਦਾਤਾ ਉਹ ਵਿਸਰ ਜਾਂਦਾ, ਕਿਉਂਕਿ ਧਿਆਨ ਹੋਰ ਪਾਸੇ ਲੱਗਿਆ ਰਹਿੰਦਾ। ਉਹ ਪਹੁੰਚ ਉਹ ਪਾਰ ਪ੍ਰਭੂ ਵਿਸਰਿਆ ਰਹਿੰਦਾ ਹੈਗਾ। ਦੁਖੀਏ ਨਿਤ ਫਿਰੈ ਬਿਲ ਲਾਦੇ। ਫਿਰ ਦੁਖੀਏ ਦੁੱਖ ਵਿੱਚ ਦੁੱਖ ਚੱਕੀ ਹੋਈ ਸਾਰਾ ਦਿਨ ਫਿਰੀ ਜਾਂਦੇ ਨੇ, ਮਨ ਦੀਆਂ ਟੈਨਸ਼ਨਾਂ ਲਈ, ਮਨ ਦਾ ਬੋਝ ਲਈ ਨਿਤ ਕਹਿੰਦੇ ਫਿਰੀ ਜਾਂਦੇ ਨੇ। ਬਿਨ ਗੁਰ ਸ਼ਾਂਤ ਨਾ ਪਾਵਨਿਆ। ਗੁਰੂ ਜੀ ਕਹਿੰਦੇ ਬਿਨਾਂ ਗੁਰੂ ਤੋਂ, ਬਿਨਾਂ ਗਿਆਨ ਤੋਂ, ਬਿਨਾਂ ਸਮਝ ਤੋਂ ਸ਼ਾਂਤੀ ਨਹੀਂ ਮਿਲਦੀ। ਜਦੋਂ ਵੀ ਦੁੱਖ ਲੱਗਦਾ ਗੁਰੂ ਨੂੰ ਪੜ੍ਹੋ ਅਤੇ ਸਮਝੋ ਗੁਰੂ ਜੀ ਦੱਸੋ ਮੈਨੂੰ ਕੀ ਸੰਦੇਸ਼ ਹੈ। ਠੀਕ ਹੈ ਜੀ। ਜਿਨ ਕੀਤੇ ਸੋਈ ਬਿਦ ਜਾਣੈ। ਜਿਨ ਕੀਤੇ, ਜਿਸ ਪ੍ਰਮਾਤਮਾ ਨੇ ਜੀਵ ਪੈਦਾ ਕੀਤੇ ਹਨ ਉਹ ਹੀ ਸਾਰੇ ਢੰਗਾਂ ਨੂੰ ਜਾਣਦਾ ਹੈ। ਆਪ ਕਰੇ ਤਾਂ ਹੁਕਮ ਪਛਾਣੈ। ਜਦੋਂ ਕਿਸੇ ਨੂੰ ਨਰੋਇਆ ਕਰ ਦਿੰਦਾ ਹੈ ਤਾਂ ਉਹ ਪ੍ਰਭੂ ਦੇ ਹੁਕਮ ਵਿੱਚ ਰਹਿ ਕੇ ਉਸ ਨਾਲ ਸਾਂਝ ਪਾ ਲੈਂਦਾ ਹੈ। ਹੁਣ ਜਿਸ ਨੇ ਗੁਰੂ ਦੀ ਭਗਤੀ ਕੀਤੀ, ਗੁਰੂ ਦੇ ਉਸ ਭਗਤੀ ਦਾ ਮਤਲਬ ਗੁਰੂ ਅਨੁਸਾਰ ਆਪਣਾ ਜੀਵਨ ਬਣਾਇਆ, ਗੁਰਬਾਣੀ ਪੜ੍ਹੀ, ਆਪਣੇ ਜੀਵਨ ਨੂੰ ਸ਼ਕਤੀਸ਼ਾਲੀ ਬਣਾਇਆ, ਕਹਿੰਦੇ ਉਹੀ ਇਹ ਵਿਧ ਜਾਣਦਾ ਕਿ ਮੇਰੇ ਅੰਦਰ ਕੀ ਵਾਪਰਿਆ। ਹੁਣ ਗੁਰੂ ਨਾਨਕ ਦਾ ਰੂਪ ਗੁਰੂ ਅੰਗਦ ਪਾਤਸ਼ਾਹ ਬਣ ਗਏ, ਭਾਈ ਲਹਿਣਾ ਜੀ। ਹੁਣ ਤਾਂ ਦੇਖੋ ਭਾਈ ਲਹਿਣਾ ਜੀ ਕੋਈ ਅੰਗਦ ਪਾਤਸ਼ਾਹ ਜਾਣਦੇ ਵੀ ਉਹਨਾਂ ਦੇ ਅੰਦਰ ਕੀ ਵਾਪਰਿਆ। ਹੁਣ ਆਪਣੇ ਵਰਗੇ ਲਈ ਤਾਂ ਗੱਲਾਂ ਨੇ ਇਕੱਲੀਆਂ। ਆਪ ਕਰੇ ਤਾਂ ਹੁਕਮ ਪਛਾਣ। ਜਦੋਂ ਉਹਨੇ ਆਪ ਕਹਿੰਦੇ ਕਮਾਈ ਕੀਤੀ, ਹੁਕਮ ਨੂੰ ਵਰਤਿਆ, ਫਿਰ ਹੁਕਮ ਦੀ ਸਮਝ ਪਈ। ਜਦੋਂ ਤੁਸੀਂ ਖੁਦ ਕਿਤਾਬ ਕੋਈ ਪੜ੍ਹੋਗੇ ਸਾਇੰਸ ਦੀ ਤਾਂ ਹੀ ਤੁਹਾਨੂੰ ਸਮਝ ਪਊਗੀ ਨਾ ਵੀ ਉਹ 'ਚ ਕੀ ਹੈ ਕੀ ਨਹੀਂ। ਉਹਦਾ ਪ੍ਰੈਕਟੀਕਲ ਕਰੋਗੇ ਜੀਵਨ ਦੇ ਵਿੱਚ। ਜਿਹਾ ਅੰਦਰ ਪਾਏ ਤੇਹਾ ਵਰਤੈ। ਜਿਹੋ ਜਿਹਾ ਅਸੀਂ ਆਪਣੇ ਅੰਦਰ ਪਾਵਾਂਗੇ ਸਾਡਾ ਜੀਵਨ ਅੰਦਰੋਂ ਤੇ ਬਾਹਰੋਂ ਹੋ ਜਿਹੀ ਵਰਤੂਗਾ, ਹੋ ਜਿਹੀ ਉਹਨੇ ਵਰਤਾਵ ਕਰਨਾ। ਆਪੇ ਬਾਹਰ ਪਾਵਨਿਆ। ਫਿਰ ਆਪ ਹੀ ਬਾਹਰ ਵੀ ਹੋ ਜੇ ਛਿੜਕਾਅ ਕਰਦਾ ਹੈ ਪਰਮਾਤਮਾ, ਉਸ ਨੂੰ ਇੰਨਾ ਸ਼ਕਤੀਸ਼ਾਲੀ ਬਣਾ ਦਿੰਦਾ ਹੈ। ਉਹ ਸਾਰੇ ਜੀਵਾਂ ਨੂੰ, ਸੰਸਾਰ ਨੂੰ ਫਿਰ ਪ੍ਰੇਰਨਾ ਵੀ ਸ਼ੁਰੂ ਕਰ। ਜਿਵੇਂ ਗੁਰੂਆਂ ਨੇ ਦੇਖੋ ਵਰਤੇ ਨਾ ਬਾਹਰ ਹੋ ਕੇ, ਫਿਰ ਜਿਵੇਂ ਜਿਵੇਂ ਅੰਦਰ ਪ੍ਰਾਪਤ ਹੋਇਆ। ਗੁਰਸਿੱਖ ਵੀ ਵਰਤੇ ਨਾ ਥਾਂ ਥਾਂ ਜਾ ਕੇ, ਤਾਂ ਪਰਮਾਤਮਾ ਆਪ ਵੀ ਵਰਤ ਰਿਹਾ, ਉਹਦੇ ਗੁਰਸਿੱਖ ਵੀ ਇੱਦਾਂ ਹੀ ਵਰਤਾਵ ਕਰਦੇ ਨੇ। ਤਿਸ ਬਾਝੋ ਸੱਚੇ ਮੈਂ ਹੋਰ ਨਾ ਕੋਈ। ਫਿਰ ਇਹ ਹੁੰਦਾ ਕਿ ਉਹ ਸੱਚੇ ਦੇ ਬਾਅਦ, ਸੱਚ ਤੋਂ ਬਿਨਾਂ, ਸੱਚੇ ਬਾਝੋ ਦਾ ਮਤਲਬ ਸੱਚੇ ਜੀਵਨ ਤੋਂ ਬਿਨਾਂ ਮੇਰਾ ਕੋਈ ਹੋਰ ਨਹੀਂ ਹੈ। ਜਿਸ ਲਾਏ ਲਏ ਸੋ ਨਿਰਮਲ ਹੋਈ। ਜਿਹੜੇ ਲੱਗ ਜਾਂਦੇ ਨੇ ਉਸ ਸੱਚ ਦੇ ਵਿੱਚ ਉਹ ਨਿਰਮਲ ਹੋ ਜਾਂਦੇ ਨੇ। ਜਿਹੜੇ ਲੱਗ ਜਾਂਦੇ ਉਸ ਸੱਚ ਦੇ ਵਿੱਚ ਉਹ ਕੀ ਹੋ ਜਾਂਦੇ ਨੇ? ਨਿਰਮਲ, ਪਿਆਰੇ, ਸਭ ਨੂੰ ਪਿਆਰ ਕਰਨ ਵਾਲੇ, ਸੱਚੇ ਬਣ ਜਾਂਦੇ ਹਨ। ਨਾਨਕ, ਤਾਂ ਨਾਨਕ ਜੀ ਕਹਿੰਦੇ ਨੇ ਇਹ ਨਾਨਕ ਨਾਮ ਵਸੈ ਘਟ ਅੰਦਰ। ਉਹ ਪਰਮਾਤਮਾ ਦਾ ਜੋ ਨਾਮ ਹੈ, ਉਹ ਹੁਕਮ ਹੈ, ਹਰ ਘਟ ਵਿੱਚ ਵਸ ਰਿਹਾ ਹੈ, ਹਰ ਇੱਕ ਚੀਜ਼ 'ਚ ਵਸ ਰਿਹਾ ਹੈ। ਜਿਸ ਦੇਵੈ ਸੋ ਪਾਵਨਿਆ। ਪਰ ਜਿਸ ਨੂੰ ਸਮਝ ਪੈਂਦੀ ਹੈ ਉਹੀ ਪ੍ਰਾਪਤ ਕਰਦੇ ਨੇ। ਗੁਰੂ ਦੇ ਲਾਗੇ ਲੱਗ ਕੇ ਨਾਮ ਸਭ ਦੇ ਅੰਦਰ ਵਸ ਰਿਹਾ, ਮੇਰੇ ਅੰਦਰ, ਤੁਹਾਡੇ ਅੰਦਰ, ਸਾਰਿਆਂ ਅੰਦਰ ਨਾਮ ਹੈ। ਪਰ ਜਿਹੜਾ ਗੁਰੂ ਅਨੁਸਾਰ ਆਪਣੇ ਜੀਵਨ ਦੇ ਅੰਦਰੋਂ ਦੇਖਦਾ ਉਸ ਨੂੰ ਕੀ ਪੈਂਦੀ ਹੈ? ਉਸ ਦੀ ਸਮਝ, ਉਸ ਨੂੰ ਪ੍ਰਾਪਤ ਹੋ ਜਾਂਦਾ ਅੰਦਰੋਂ। ਹੁਣ ਆਪਣੇ ਆਪ ਨੂੰ ਫਿਰ ਆਪਾਂ ਰੋਜ਼ ਉਹੀ ਡਿਸਕਸ ਕਰਦੇ ਹਾਂ ਵੀ ਇਹਦਾ ਰੋਜ਼ ਦੀ ਪ੍ਰੈਕਟਿਸ ਹੈ ਆਪਣੇ ਜੀਵਨ ਨੂੰ ਵਧੀਆ ਬਣਾਉਣ ਦੀ। ਹੁਣ ਅਸੀਂ ਕੀ ਦੇਖੋ, ਸਵੇਰੇ ਉੱਠਣਾ, ਟਾਈਮ ਨਾਲ ਪੜ੍ਹਾਈ ਵੱਲ ਲੱਗਣਾ, ਲਕਸ਼ ਕੀ ਸੀ ਤੈਨੇ ਬਣਾਇਆ, ਉਹਦਾ ਲਕਸ਼ ਵੱਲ ਤੁਰਨਾ। ਤੁਸੀਂ ਵੀ ਆਪਣੇ ਲਕਸ਼ ਕ੍ਰੀਏਟ ਕਰੋ, ਠੀਕ ਹੈ ਜੀ। ਉਹਨਾਂ ਵੱਲ ਆਪਣਾ ਡੈਡੀਕੇਸ਼ਨ ਕਰੋ। ਘੱਟੋ ਘੱਟ 3 ਚੀਜ਼ਾਂ ਤਾਂ ਆਪਣੀ ਲਾਈਫ 'ਚ ਜ਼ਰੂਰੀ ਨੇ। ਪਹਿਲੀ ਗੱਲ ਤਾਂ ਦੇਖੋ ਪੰਜਾਬੀ ਹੈ ਆਪਣੀ ਮਾਂ ਬੋਲੀ। ਜੇ ਪੰਜਾਬੀ ਸਾਨੂੰ ਨਹੀਂ ਆਉਂਦੀ ਫਿਰ ਅਸੀਂ ਕਦੀ ਗੁਰੂ ਦੀ ਬਾਣੀ ਨੂੰ ਸਮਝ ਨਹੀਂ ਪਾਵਾਂਗੇ। ਸਭ ਤੋਂ ਵੱਡੀ ਗਲਤੀ, ਚਾਹੇ ਅਸੀਂ ਇੰਗਲਿਸ਼ ਡਾਕਟਰ ਬਣ ਕੇ ਇੱਕ ਰੋਬੋਟ ਤਾਂ ਬਣ ਜਾਵਾਂਗੇ ਡਾਕਟਰੀ ਰੂਪ 'ਚ, ਰੋਬੋਟ ਜਿਸ ਦੇ ਅੰਦਰ ਇਮੋਸ਼ਨਸ ਨਹੀਂ ਹੁੰਦੇ। ਜਿਵੇਂ ਰੋਬੋਟ ਦੇ ਅੰਦਰ ਇਮੋਸ਼ਨ ਤਾਂ ਨਹੀਂ ਹੁੰਦੇ ਕੋਈ, ਤਾਂ ਡਾਕਟਰ ਵੀ ਇਮੋਸ਼ਨ ਤਾਂ ਬਣ ਜਾਵਾਂਗੇ। ਲੋਕਾਂ ਨੂੰ ਠੱਗੀ ਜਾਵਾਂਗੇ, ਢਿੱਡ ਪਾੜੀ ਜਾਵਾਂਗੇ, ਠੀਕ ਹੈ ਜੀ, ਕਿਡਨੀਆਂ ਕੱਢੀ ਜਾਵਾਂਗੇ। ਬੱਚੇ ਹੁੰਦੇ ਨੋਰਮਲ ਦੇ ਸਰਜਰੀ ਕਰੀਆਂ ਨੇ ਆਪਾਂ, ਠੀਕ ਹੈ ਨਾ। ਮਤਲਬ ਕਿ ਫਿਰ ਅਸੀਂ ਰੋਬੋਟ ਬਣ ਜਾਵਾਂਗੇ ਜਿਹਦੇ ਅੰਦਰ ਇਮੋਸ਼ਨ ਨਹੀਂ ਹੁੰਦੇ। ਪੰਜਾਬੀ ਪੜ੍ਹ ਕੇ ਆਪਣੇ ਗੁਰੂ ਨਾਲ ਜੁੜੋਗੇ ਫਿਰ ਤੁਸੀਂ ਇਨਸਾਨ ਬਣੋਗੇ। ਕੀ ਬਣੋਗੇ? ਇਨਸਾਨ। ਕਦੋਂ ਬਣੋਗੇ? ਜਦੋਂ ਅਸੀਂ ਆਪਣੇ ਗੁਰੂ ਦੀ ਗੱਲ ਨੂੰ ਅੰਦਰ ਵਸਾਵਾਂਗੇ। ਫਿਰ ਤੁਸੀਂ ਡਾਕਟਰ ਤਾਂ ਹੋਵੋਗੇ ਪਰ ਇਨਸਾਨੀ ਡਾਕਟਰ ਹੋਵੋਗੇ, ਇਨਸਾਨੀ ਰੂਪ 'ਚ ਡਾਕਟਰ। ਫਿਰ ਤੁਹਾਨੂੰ ਹਰ ਇੱਕ ਦਾ ਦਰਦ, ਆਪਣਾ ਦਰਦ ਮਹਿਸੂਸ ਹੋਊਗਾ।
ਫਿਰ ਤੁਸੀਂ ਉਸ ਗਿਆਨ ਨਾਲ ਸੇਵਾ ਕਰੋਗੇ, ਨਾ ਕਿ ਉਸ ਗਿਆਨ ਨਾਲ ਕਿਸੇ ਦੀ ਲੁੱਟ ਖਸੁੱਟ ਕਰੋਗੇ। ਇਹ ਇੱਧਰ ਆਪਣੇ ਆਪ ਨੂੰ ਤੋਰਨਾ ਹੈ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।